ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੁੱਪ ਮੈਂਬਰਸ ਸਹਿਬਾਨ, ਧੰਨ ਧੰਨ ਦਿਓ ਹੋ ਗੁਰਮੁਖ ਜਨੋ, ਜਿਹੜੇ ਵਿਚਾਰਾਂ ਕਰ ਵੀ ਰਹੇ, ਦੇ ਵੀ ਰਹੇ ਤੇ ਸੁਣ ਵੀ ਰਹੇ। ਆਪਾਂ ਅਗਲੀ ਪੌੜੀ ਵੱਲ ਚੱਲੀਏ। ਏਕਾ ਮਾਈ ਜੋਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਾਧ ਸੰਗਤ ਜੀ, ਇਹ ਖਿਆਲ ਵੀ ਮਾਇਆ ਦੇ ਤਿੰਨ ਚੇਲੇ ਹੈ, ਸਾਡੇ ਹਿੰਦੁਸਤਾਨੀ ਸਭਿਅਤਾ 'ਚ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ। ਗੁਰੂ ਸਾਹਿਬ ਫਰਮਾਉਂਦੇ ਵੀ ਇਹ ਖਿਆਲ ਹੈ ਵੀ ਇੱਕ ਮਾਇਆ ਕਿਸੇ ਪ੍ਰਸੂਤ ਨਾਲ, ਕਿਸੇ ਜੁਗਤ ਨਾਲ ਪ੍ਰਸੂਤ ਹੋਈ, ਯਾਨੀ ਸੂਪੀ। ਉਹਦੇ ਤਿੰਨ ਚੇਲੇ ਅੱਗੇ ਬਣੇ, ਬ੍ਰਹਮਾ ਵਿਸ਼ਨੂੰ ਮਹੇਸ਼। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਵੀ ਕਿਹਾ ਜਾਂਦਾ ਵੀ ਇੱਕ ਸੰਸਾਰ ਨੂੰ ਪੈਦਾ ਕਰਦਾ, ਇੱਕ ਭੰਡਾਰਾ ਦਿੰਦਾ ਤੇ ਇੱਕ ਦੀਵਾਨ ਲਾ ਕੇ ਮੌਤ ਦਿੰਦਾ। ਇਹ ਜਿਹੜਾ ਸਾਧ ਸੰਗਤ ਜੀ ਸ਼ਬਦ ਹੈ, ਇੱਕ ਲਾਏ ਦੀਵਾਨ। ਛੋਟੀ ਉਮਰ 'ਚ ਸਾਨੂੰ ਇਹ ਵੀ ਸੁਣਨ ਨੂੰ ਮਿਲਿਆ ਸੀਗਾ, ਉਦੋਂ ਵਿਆਕਰਨ ਤਾਂ ਕਿੱਥੇ ਪਤਾ ਸੀਗਾ। ਲੋਕ ਜਿਵੇਂ ਜਿਵੇਂ ਅਰਥ ਕਰਦੇ ਸੀ, ਇੱਕ ਨੇ ਇਹ ਗੱਲ ਦੱਸੀ ਸਾਨੂੰ ਗਿਆਨੀ ਜੀ ਨੇ ਵੀ ਇੱਕ ਲਾਏ ਦੀ ਬਾਣ ਹੈ, ਉਹਨੂੰ ਲਾਏ ਮੈਨੇ ਮੌਤ, ਬਾਣ ਮੈਨੇ ਆਦਤ, ਵੀ ਇੱਕ ਨੂੰ ਮਾਰਨੇ ਦੀ ਆਦਤ ਹੈ। ਚਲੋ ਉਦੋਂ ਤਾਂ ਸੁਣ ਲਈ ਹੋਣੀ ਹੈ ਗੱਲ, ਚੱਲੀ ਵੀ ਹੋਊ 10-20 ਸਾਲ ਮਨ ਵਿੱਚ, ਪਰ ਜਦ ਸਮਝ ਆਈ ਗੱਲ ਦੀ ਤੇ ਗੱਲ ਹੋਰ ਹੈ। ਬਾਣ ਜਿਹੜੀ ਹੁੰਦੀ ਹੈ ਆਦਤ, ਉਹਦਾ ਨਾਣੇ ਨੂੰ ਸਿਆਰੀ ਨਾਲ ਹੁੰਦੀ ਹੈ, ਇਸਤਰੀ ਲਿੰਗ ਹੁੰਦੀ ਹੈ, ਉਹਦੇ ਨਾਣੇ ਨੂੰ ਔਂਕੜ ਹੈ। ਤੋ ਇਹ ਲਾਏ ਦੀ ਬਾਣ ਸ਼ਬਦ ਨਹੀਂ ਹੈ, ਇਹ ਹੈ ਲਾਏ ਦੀਵਾਨ। ਦੀਵਾਨ ਲਾ ਕੇ ਸਾਹਮਣੇ ਸੁਣ ਕੇ ਧਰਮਰਾਜ ਤੋਂ ਉਹਦੇ ਚੰਗੇ ਬੰਦੇ ਦੀ ਉਹਨੂੰ ਸਜ਼ਾ ਲਾਉਂਦਾ, ਉਹਨੂੰ ਮਾਰਦਾ। ਆਹ ਮਤਲਬ ਹੈ ਦੀਵਾਨ ਲਾ ਕੇ, ਦੀਵਾਨ ਨਹੀਂ ਹੈ। ਹੁਣ ਇਹਦੇ ਉੱਤੇ ਵੀ ਕਿਸੇ ਨੇ ਬਹਿਸ ਕਰਨੀ ਹੈ ਤਾਂ ਕਰੀ ਜਾਵੇ, ਉਹਦਾ ਕੋਈ ਆਪਣੇ ਕੋਲ ਇਲਾਜ ਨਹੀਂ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਗੁਰੂ ਨਾਨਕ ਸਾਹਿਬ ਹੁਣ ਆਪਣਾ ਖਿਆਲ ਦੇ ਰਹੇ, ਉਹ ਜਿਵੇਂ ਇਹਨਾਂ ਨੂੰ ਚਲਾਉਂਦਾ ਹੈ ਇਹ ਚੱਲਦੇ ਆ, ਜਿੱਕਣ ਉਹਦਾ ਹੁਕਮ ਹੈ ਉਕਣ ਇਹਨਾਂ ਨੂੰ ਕਰਨਾ ਪੈਂਦਾ। ਇਹਨਾਂ ਦੀ ਆਪਣੀ ਆਈਡੈਂਟਿਟੀ ਇੰਡੀਪੈਂਡੈਂਟ ਨਹੀਂ ਹੈ, ਜਿਵੇਂ ਬਾਕੀ ਧਰਮ ਦੇ ਵਿੱਚ ਖਿਆਲ ਹੈ ਵੀ ਇਹੀ ਸਾਰਾ ਕੁਛ ਕਰਦੇ ਆ। ਨੋ, ਪਰਮਾਤਮਾ ਕਰ ਰਿਹਾ ਹੈ। ਇੰਨੀ ਗੱਲ ਜਰੀ ਜ਼ਰੂਰ ਹੈ ਵੀ ਜੇ ਭਾਈ ਤੁਸੀਂ ਸਮਝਦੇ ਹੋ ਵੀ ਇਹੀ ਕਰ ਰਹੇ ਕੰਮ ਤਿੰਨੇ, ਤਾਂ ਇਹ ਵੀ ਉਹਦੇ ਹੁਕਮ ਵਿੱਚ ਉਹਦੀ ਸੱਤਾ ਲੈ ਕੇ ਕਰ ਰਹੇ। ਇਹ ਆਪਣੇ ਆਪ ਤੋਂ ਸੋਵਰਨ ਨਹੀਂ ਹੈ, ਸੋਵਰਨ ਕੇਵਲ ਪਰਮਾਤਮਾ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਪਰਮਾਤਮਾ ਇਹਨਾਂ ਨੂੰ ਦੇਖ ਰਿਹਾ ਹੈ। ਉਹ ਹਾਈ ਨੂੰ ਔਂਕੜ ਕੱਲਾ ਹੈ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹ ਤਿੰਨਾਂ ਨੂੰ। ਬਹੁਤਾ ਇਹ ਬਣਾਉਣਾ ਅਚਰਜਤਾ ਇਸ ਗੱਲ ਦਾ। ਤੋ ਖਿਆਲ ਉਹਨਾਂ ਦਾ ਤੋੜ ਦਿੱਤਾ ਬਿਲਕੁਲ ਵੀ ਇਹੀ ਕਰਨ ਵਾਲੇ ਸਾਰਾ ਕੁਛ, ਉਹਨਾਂ ਨੂੰ ਤਾਂ ਉਹ ਨਜ਼ਰ ਵੀ ਨਹੀਂ ਆਉਂਦਾ। ਇਹ ਗੁਰੂ ਸਾਹਿਬ ਦਾ ਖਿਆਲ ਹੈ। ਇਹ ਗੱਲ ਅੱਜ ਤੋਂ 40-50 ਸਾਲ ਪਹਿਲਾਂ ਕਹਿਣੀ ਬੜੀ ਔਖੀ ਸੀ ਸੰਗਤ ਵਿੱਚ, ਕਮ ਸੇ ਕਮ ਦੱਸਦੇ ਨੂੰ ਬੜੀ ਔਖੀ ਲੱਗਦੀ ਵੀ ਜੇ ਆਪਾਂ ਇੱਦਾਂ ਕਹੂੰਗੇ ਤਾਂ ਦੂਜੇ ਧਰਮ ਵਾਲੇ ਕਿਆ ਕਹਿਣਗੇ ਇਹ ਗੱਲ ਨੂੰ, ਵੀ ਤੁਸੀਂ ਸਾਡਿਆਂ ਨੂੰ ਇਸ ਤਰ੍ਹਾਂ ਕਹਿੰਦੇ ਹੋ। ਪਰ ਹੌਲੀ ਹੌਲੀ ਫਿਰ ਜਿਉਂ-ਜਿਉਂ ਮਸਕੀਨ ਜੀ ਦੀ ਵਿਚਾਰਾਂ ਸੁਣਦੇ ਗਏ, 5-10 ਸਾਲ ਤੋਂ ਬਲ ਮਿਲਿਆ ਕਹਿਣ ਦਾ। ਇੱਕ ਵਾਰੀ ਗੁਰਦੁਆਰੇ ਸਾਹਿਬ 'ਚ ਜਾਂ ਸ਼ੁਰੂ 'ਚ ਕਥਾ ਕਰੀ, ਕੋਈ ਉੱਤੋਂ ਬਾਕ ਆ ਗਿਆ ਵੀ ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਕੋਈ ਇਹਦੀ ਵਿਚਾਰ ਕਰਨੀ ਪਈ। ਬਾਅਦ ਵਿੱਚ ਕਿਸੇ ਨੇ ਮੈਨੂੰ ਦੱਸਿਆ ਸੀਗਾ ਵੀ ਫਲਾਣਾ ਬੰਦਾ ਜੀ ਉਹ ਟਾਂਕਣ ਕਰ ਰਿਹਾ ਤਾਂ ਵੀ ਇਹ ਗੱਲ ਸੰਗਤ ਵਿੱਚ ਕਹਿਣੀ ਨਹੀਂ ਚਾਹੀਦੀ ਵੀ ਔਰਤ ਦਾ ਕਿਆ ਕਰੀਏ। ਦੱਸੋ ਉਦੋਂ ਨਹੀਂ ਸੀ ਇਹ ਚੀਜ਼ਾਂ ਸੁਣ ਸਕਦੇ ਲੋਕ, ਹੁਣ ਤਾਂ ਬਹੁਤ ਕੁਛ ਹੈ, TV ਉੱਤੇ ਆਉਂਦਾ, ਚੈਨਲਾਂ ਉੱਪਰ ਆ ਰਹੀਆਂ ਬਾਤਾਂ, ਸਭ ਸੁਣ ਰਹੇ ਹੈ। ਸੱਚਾਈ ਹੈ, ਸੱਚ ਨੂੰ ਸੁਣਨਾ, ਜਿਹੜੀ ਗੱਲ ਗੁਰਬਾਣੀ 'ਚ ਹੈ ਉਹਨੂੰ ਸੁਣਨਾ ਕਿਆ ਔਖਾ ਹੈ। ਪਰ ਉਦੋਂ ਲੋਕਾਂ ਦਾ ਨਜ਼ਰੀਆ ਕੁਛ ਐਸਾ ਸੀ, ਕਿਸੇ ਦਾ ਹੁਣ ਵੀ ਹੋਊਗਾ ਤਾਂ ਸੰਕੀਰਣਤਾ।
ਸੋ ਭਾਈ ਹੌਲੀ ਹੌਲੀ ਜਿਉਂ ਜਿਉਂ ਸੰਸਾਰ ਦੇ ਵਿੱਚ ਗਿਆਨ ਦਾ ਵਾਧਾ ਹੋ ਰਿਹਾ ਹੈ, ਚਾਹੇ ਦੁਨਿਆਵੀ ਹੀ ਸਹੀ, ਇਹ ਪੁਰਾਣੀਆਂ ਮਿੱਥਾਂ ਟੁੱਟਦੀਆਂ ਜਾ ਰਹੀਆਂ। ਉਹ ਵੇਖਦਾ ਹੈ, ਇਹਨਾਂ ਤਿੰਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਅਚਰਜਤਾ ਇਸ ਗੱਲ ਦੀ ਟੁੱਟ ਗਿਆ ਨਾ ਸਾਰਾ ਹੀ ਖਿਆਲ ਵੀ ਇਹੀ ਕੁਛ ਕਰ ਰਹੇ, ਸਾਰਾ ਕੁਛ ਵੀ ਮਾਰ ਵੀ ਇਹੀ ਰਹੇ। ਨੋ, ਹੁਕਮ ਉਹਦਾ ਚੱਲ ਰਿਹਾ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਨਾਦ ਨਾਹਤ, ਜੁਗ ਜੁਗ ਏਕੋ ਵੇਸ। ਵਿਚਾਰ ਪਹਿਲਾਂ ਆਲੀ ਆਪ ਜੀ ਨਾਲ 2-3 ਵਾਰ ਸਾਂਝੀ ਹੋਲੀ। ਉਹ ਸਾਧ ਸੰਗਤ ਜੀਓ, ਵਿਚਾਰ ਜਿਹੜੀ ਗੁਰਮਤਿ ਦੀ ਹੈ, ਗੁਰਮਤਿ ਦੇ ਦਾਇਰੇ 'ਚ ਰਹਿ ਕੇ ਹੀ ਆਪਾਂ ਕਰ ਸਕਦੇ ਹਾਂ ਜਿੰਨਾ ਕੁ ਆਪਾਂ ਨੂੰ ਗੁਰੂ ਸਾਹਿਬ ਨੇ ਵਿਵੇਕ ਵਰਤਣ ਦੀ ਇਜਾਜ਼ਤ ਦਿੱਤੀ ਹੈ। ਜੇ ਵਿਵੇਕ ਤੋਂ ਬਾਹਰ ਜਾਊਂਗੇ, ਤਰਕ ਵਿੱਚ ਜਾਊਂਗੇ, ਫੇਰ ਗੜਬੜ ਹੋਊਗੀ। ਤਰਕ ਵਿੱਚ ਤਾਂ ਬਹੁਤ ਕੁਛ ਹੈ। ਤਰਕ ਤਾਂ ਇਹ ਵੀ ਕਹਿੰਦਾ ਵੀ ਰੱਬ ਕਿੱਥੇ ਹੈ, ਦਿਖਾਓ ਕਿੱਥੇ, ਪ੍ਰੂਵ ਕਰਕੇ ਦਿਖਾਓ। ਕੋਈ ਵਿਅਕਤੀ ਅੱਜ ਤਾਈਂ ਰੱਬ ਦਾ ਪ੍ਰਮਾਣ ਨਹੀਂ ਦੇ ਸਕਿਆ ਪ੍ਰਤੱਖ। ਉਹ ਤਰਕ ਗੱਲ ਹੋਰ ਹੈ, ਜਿਹੜਾ ਵਿਵੇਕ ਹੈ, ਗੁਰਬਾਣੀ ਨੇ ਵਿਵੇਕ ਨੂੰ ਬੜਾ ਕਰਿਆ, ਤਰਕ ਨੂੰ ਨਹੀਂ ਕਰਿਆ। ਵਿਵੇਕ ਕਮਾਇਆ ਹੋਇਆ ਗਿਆਨ ਹੁੰਦਾ, ਜਿਹਦੇ 'ਚ ਹਉਮੈ ਨਿਕਲ ਗਈ ਹੋਵੇ, ਉਹ ਗੁਰੂ ਤੋਂ ਹੀ ਮਿਲ ਸਕਦਾ, ਸੰਗਤ ਤੋਂ ਮਿਲ ਸਕਦਾ। ਸੰਗਤ ਦੇ ਵਿੱਚ ਇਹਨਾਂ ਸਭ ਗੱਲਾਂ ਦੀ ਸਮਝ ਆ ਜਾਂਦੀ ਹੈ। ਬੰਦਾ ਬਸ ਨੀਵਾਂ ਹੋ ਕੇ ਸੁਣਨਾ ਚਾਹੇ ਤਾਂ ਪਤਾ ਲੱਗ ਪੈਂਦਾ ਹੈ। ਜੇ ਆਪ ਨੂੰ ਨਹੀਂ ਪਤਾ, ਕਿਸੇ ਨੂੰ ਪੁੱਛ ਲਓ, ਲੱਗ ਜਾਂਦਾ ਪਤਾ। ਹੁਣ ਇਹਦੇ ਪਿੱਛੇ ਕੋਈ ਲਾਈਨ ਕਿੱਥੇ ਖਿੱਚੂਗਾ ਵੀ ਵਿਵੇਕ ਕਿਹੜਾ ਹੈ, ਇਹ ਆਪਣੀ ਆਪਣੀ ਪਰਸੈਪਸ਼ਨ ਹੈ। ਜੇ ਕੋਈ ਕਹੇ ਵੀ ਸੂਰਜ ਹਾਂ ਹੈਗਾ, ਉਹ ਰਥ ਵੀ ਜੁੜੇ ਹੋਏ ਹੈ, ਘੋੜਾ ਵੀ ਜੁੜੇ ਹੋਏ ਰਥ ਨੂੰ, ਰਥਵਾਰਥੀ ਅਰੁਣ ਚੱਲਦਾ ਵੀ ਹੈ, ਰਥ ਚਲਾ ਰਿਹਾ ਹੈ, ਤਾਂ ਇਹ ਉਹਦਾ ਵਿਵੇਕ ਹੈ। ਉਹ ਪਤਾ ਲੱਗ ਪੈਂਦਾ ਵੀ ਇਹਦੀ ਪੱਧਰ ਕਿੰਨੀ ਕੁ ਹੈ। ਮੰਨ ਲਓ ਭਾਈ, ਉਹਨੂੰ ਉਹੀ ਮੰਨ ਲੈਣੀ ਚਾਹੀਦੀ ਹੈ। ਤਾਂ ਕਿਆ ਇਤਰਾਜ਼ ਹੈ, ਕਿਸੇ ਨੂੰ ਕਿਆ ਇਤਰਾਜ਼ ਹੈ ਇਸ ਗੱਲ ਦਾ। ਔਰ ਉਹਨੂੰ ਵੀ ਪਤਾ ਹੁੰਦਾ ਵੀ ਇਹ ਸਹੀ ਨਹੀਂ ਹੈ, ਉਹ ਸਿਰਫ ਐਵੇਂ ਕਹਿਣ ਖਾਤਰ ਗੱਲ ਹੁੰਦੀ ਹੈ। ਸਾਨੂੰ ਇਸ ਗੱਲ ਤੋਂ ਤਾਂ ਕੋਈ ਬਹੁਤਾ ਫਰਕ ਨਹੀਂ ਹੈ, ਪਰ ਇਹ ਗੱਲ ਜ਼ਰੂਰ ਹੈ ਵੀ ਸੰਗਤ ਦੇ ਵਿੱਚ ਖਲਲ ਜਿਹਾ ਤਾਂ ਪੈਂਦਾ ਹੀ ਹੈ, ਸੁਣਨ ਵਾਲਿਆਂ ਨੂੰ ਵੀ ਇਹ ਕਿਆ ਹੋ ਰਿਹਾ। ਇਹ ਤਾਂ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਪਤਾ ਨਹੀਂ ਕਿਉਂ ਵਾਰ-ਵਾਰ ਕਿਹਾ, ਤਾਂ ਇਹ ਕਥਾ ਦੱਸ ਦੇਣੇ ਸ਼ੁਰੂ ਕਰੀਏ। ਪਤਾ ਹੈਗਾ ਵੀ ਕਿਆ ਕਿਆ ਹੋ ਰਿਹਾ, ਟਕਸਾਲਾਂ 'ਚ ਕਿਆ ਹੋ ਰਿਹਾ, ਮਿਸਰੀਆਂ 'ਚ ਕਿਆ ਹੋ ਰਿਹਾ, ਜਾਣਦਾ ਹੈ, ਦੱਸਦਾ ਸਾਰਾ ਕੁਛ। ਔਰ ਕਿਸੇ ਨੂੰ ਮਨਾਉਣਾ ਵੀ ਬਹੁਤ ਔਖਾ ਹੁੰਦਾ। ਗੁਰੂ ਨਾਨਕ ਸਾਹਿਬ 40,000 ਕਿਲੋਮੀਟਰ ਤੁਰ ਫਿਰ ਕੇ ਸਾਰੇ ਜਗਤ ਵਿੱਚ ਗਏ। ਕਿੰਨਿਆਂ ਕੁ ਨੇ ਮੰਨੀ ਉਹਨਾਂ ਦੀ ਗੱਲ? ਹੁਣ ਵੀ ਕਿੰਨੇ ਕੁ ਮੰਨਦੇ ਆ? ਏਕੇ ਵਾਲਾ ਬਹੁਤ ਬਿਰਲਾ ਹੋਊਗਾ। ਹੁਣ ਸਿੱਖ ਜਗਤ ਵਿੱਚ ਵੀ 10 ਵੀ 5-7 ਹੋਣਗੇ, ਜ਼ਿਆਦਾ ਨਹੀਂ ਹੋ ਸਕਦੇ। ਕੋਈ ਇੱਕ ਪੁਰਸ਼ ਹੋ ਸਕਦਾ, ਉਹਦੇ ਘਰ ਦੇ ਨਹੀਂ ਹੁੰਦੇ। ਇਹ ਜਿਹੜਾ ਗਿਆਨ ਹੈ ਦੁਨੀਆ ਦੇ ਵਿੱਚ, ਇਹਨੇ ਵੱਧਦੇ ਨੇ ਜਾਣਾ ਹੈ, ਚਾਹੇ ਦੁਨਿਆਵੀ ਹੋ ਸਹੀ। ਦੂਜਾ ਤਾਂ ਬਹੁਤ ਬਿਰਲਾ ਗਿਆਨ ਹੁੰਦਾ ਜਿਹੜਾ ਵਿਵੇਕ ਵਾਲਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਮੁਸਲਮਾਨਾਂ ਦੇ ਫਿਰਕੇ ਬਣੇ, ਈਸਾਈਆਂ ਨੂੰ 2 ਥਾਂ ਹੋਏ, 3 ਥਾਂ ਹੋ ਗਏ, ਸਿੱਖ ਧਰਮ ਵਿੱਚ ਵੀ ਇੱਕ ਨੇ ਹੋ ਰਿਹਾ। ਇਹ ਜਿਹੜੇ ਵਿੱਚੋਂ ਡੇਰੇ ਪੈਦਾ ਹੋਏ ਹੈ, ਜਿਹੜੇ ਗੁਰੂ ਆਪਣੇ ਆਪ ਨੂੰ ਸਮਝਦੇ ਆ, ਉਹ ਵੀ ਤਾਂ ਸਿੱਖਾਂ 'ਚ ਹੀ ਪੈਦਾ ਹੋਏ ਹੈ। ਔਰ ਕਿੰਨੇ ਲੱਖਾਂ ਦੀ ਗਿਣਤੀ 'ਚ ਉਹਨਾਂ ਦੀ ਵੀ ਚੇਲੇਦਾਰੀ ਹੈ। ਕਈ ਤਾਂ ਕਰੋੜ ਦਾ ਵੀ ਦਾਅਵਾ ਕਰਦੇ ਆ। ਉਹਨਾਂ ਨੂੰ ਕਿਵੇਂ ਰੋਕੋਗੇ? ਨਹੀਂ ਰੋਕ ਸਕਦੇ। ਉਹ ਚੱਲ ਰਿਹਾ ਬਸ ਸੰਸਾਰ ਹੈ, ਸੰਸਾਰ ਉਹਦੇ ਹੁਕਮ ਵਿੱਚ ਚੱਲ ਰਿਹਾ। ਆਪਣਾ ਕੰਮ ਹੈਗਾ, ਜਿੰਨਾ ਗੁਰੂ ਨੇ ਕਿਹਾ ਹੈ ਉਹ ਕਰਨਾ ਹੈ। ਕੋਈ ਹੁੰਦਾ ਹੈ, ਨਹੀਂ ਹੁੰਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਜ਼ਬਰਦਸਤੀ ਕਿਸੇ ਨਾਲ ਕਰੀ ਨਹੀਂ ਜਾ ਸਕਦੀ। ਤੋ ਆਪਾਂ ਇਸ ਗੱਲ ਤੇ ਸਫੀਸ਼ੀਐਂਟ ਹੈ ਆਪਣੇ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਇੰਨਾ ਕੁਛ ਪ੍ਰਚਾਰਿਆ ਰੱਬ ਦੇ ਰੂਪ ਨੇ, ਫਿਰ ਵੀ ਕਿੰਨੇ ਕੁ ਲੋਕਾਂ ਨੇ ਲਿਆ? ਬਹੁਤ ਲਿਮਟਿਡ ਹੈ। ਜਿੰਨਾ ਉਹਨਾਂ ਨੇ ਮਿਹਨਤ ਕਰੀ, ਉਹਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਹੈ। ਸਾਰੀ ਦੁਨੀਆ ਦੇ ਰਟਨ ਵਿੱਚੋਂ ਕਰੋੜ 2 ਕਰੋੜ ਸਿੱਖ ਹੈ। ਉਹਨਾਂ ਵਿੱਚੋਂ ਵੀ ਬਹੁਤੇ ਤਾਂ ਐਵੇਂ ਉੱਪਰੋਂ ਹੀ ਸਿੱਖ ਹੈ। ਉਹਨਾਂ ਦੀ ਸੋਚ ਜਿਹੜੀ ਇੱਕ ਨਾਲ ਜੁੜੀ ਹੋਈ ਉਹ ਨਹੀਂ ਹੈ। ਇਸ ਕਰਕੇ ਅਸੀਂ ਕਰ ਵੀ ਕਹਿ ਸਕਦੇ, ਨਾਚੀਜ਼ ਬੰਦਾ ਰੱਬ ਦੀ ਦੁਨੀਆ ਵਿੱਚ ਇੱਕ ਜ਼ਰਾ ਹੈ। ਸੂਰਜ ਇੱਕ ਜ਼ਰਾ, ਅਸੀਂ ਤਾਂ ਜ਼ਰਾ ਵੀ ਨਹੀਂ ਹੈ। ਜਿੰਨਾ ਕੁ ਬਖਸ਼ਦਾ ਓਨਾ ਕਰੀ ਚੱਲੋ, ਉਸ ਤੋਂ ਵੱਧ ਕਰਿਆ ਵੀ ਨਹੀਂ ਜਾ ਸਕਦਾ। ਗੁਰੂ ਸਾਹਿਬ ਦੇ ਪਿੱਛੇ ਲੱਗ ਕੇ ਜਿੰਨਾ ਕੁ ਪਤਾ ਚੱਲਦਾ ਉਨੀ ਗੱਲ ਕਹੋ। ਬਹੁਤੀ ਗੱਲ ਨਾ ਅਸੀਂ ਕਹਿ ਸਕਦੇ, ਨਾ ਸਾਡਾ ਕੋਈ ਮਕਸਦ ਹੈ ਉਹਨੂੰ ਕਹਿਣ ਦਾ, ਨਾ ਕਿਸੇ ਨੇ ਉਹ ਗੱਲਾਂ ਮੰਨਣੀਆਂ ਨੇ। ਇਸ ਕਰਕੇ
ਆਪਾਂ ਸਿਰਫ ਆਪਣੇ ਆਪ ਨੂੰ ਹੀ ਠੀਕ ਕਰ ਲਈਏ। ਜਿਵੇਂ ਕੱਲ ਪਰਸੋਂ ਵੀ ਵਚਨ ਆਇਆ ਸੀ, ਇੱਕ ਬੇਨਤੀ ਕਰੀ ਸੀ ਵੀ ਕਰੈਕਟ ਯੂਅਰ ਸੈਲਫ ਔਰ ਐਲਸ ਸਟੈਂਡ ਕਰੈਕਟਡ। ਬਾਕੀ ਇਹ ਜਿਹੜਾ ਮਾਈਂਡ ਹੈ ਬੰਦੇ ਦਾ, ਚੰਚਲਤਾ, ਇਹ ਖਤਮ ਨਹੀਂ ਹੁੰਦੀ ਕਦੇ ਵੀ, ਇਹ ਸਗੋਂ ਵੱਧਦੀ ਹੈ। ਜਿਹੜੀਆਂ ਗਿਆਨ ਚਰਚਾਵਾਂ ਇਹਨਾਂ ਦੇ ਨਾਲ ਚੰਚਲਤਾ ਵੱਧਦੀ ਹੈ, ਘਟਦੀ ਨਹੀਂ ਹੈ, ਘਟੇਗੀ ਵਿਰਲੇ ਦੀ। ਉਹਨੇ ਕਰਨੀ ਉਹ ਨਹੀਂ, ਫਿਰ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਅਸਲ 'ਚ ਵੀ ਇਹਨੇ ਕਿਹੜੇ ਮੰਨਣੀ ਹੈ ਕਿਸੇ ਨੇ। ਪਰ ਹੁਣ ਇਸ ਸਿਧਾਂਤ ਨੂੰ ਵੀ ਆਪਾਂ ਲਾਗੂ ਨਹੀਂ ਕਰ ਸਕਦੇ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਤਾਂ ਪਤਾ ਹੀ ਸੀ ਵੀ ਸੰਸਾਰ ਕਿੱਧਰ ਨੂੰ ਚੱਲ ਰਿਹਾ, ਫਿਰ ਵੀ ਉਹਨਾਂ ਨੇ ਹਿੰਮਤ ਕਰੀ ਹੈ ਜਿੰਨੀ ਵੀ ਕਰੀ ਹੈ। ਕਰੀ ਤਾਂ ਬਹੁਤ ਹੈ, ਲੇਕਿਨ ਨਤੀਜਾ ਕਿੰਨਾ ਕੁ ਆਪ ਜੀ ਦੇ ਸਾਹਮਣੇ ਹੈ। ਇਸ ਕਰਕੇ ਬਸ ਚੁੱਪ ਹੀ ਭਲੀ ਹੈ। ਚੁੱਪ ਕਰ ਵੇ ਅੜਿਆ, ਚੁੱਪ ਕਰ ਵੇ ਅੜਿਆ, ਭਾਈ ਵੀਰ ਸਿੰਘ ਜੀ ਦਾ ਕਥਨ ਹੈ। ਇੱਥੇ ਆ ਕੇ ਸੰਤ ਲੋਕ ਚੁੱਪ ਕਰਦੇ ਹੁੰਦੇ, ਫਿਰ ਤਾਂ ਹੀ ਕਰਦੇ ਆ, ਅਸੀਂ ਕਰ ਨਹੀਂ ਸਕਦੇ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਸਾਰੇ ਗਰੁੱਪ ਮੈਂਬਰ ਸਾਹਿਬਾਨ ਨੂੰ, ਬਾਕੀ ਸੰਗਤ ਨੂੰ ਚਰਨ ਬੰਦਨਾ, ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇੱਕ ਵਾਰ ਭਾਈ ਹਰਦਿਆਲ ਸਿੰਘ ਜੀ ਸਾਡੇ ਇਸ ਗਰੁੱਪ 'ਚ ਬੜੇ ਮਾਣਯੋਗ ਸਦੱਸਿਆ। ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛ ਲਿਆ ਵੀ ਤੁਸੀਂ ਜੀ ਪ੍ਰਣਾਮ ਕਿਉਂ ਕਹਿੰਦੇ ਹੋ, ਸੰਗਤ ਦੇ ਚਰਨਾਂ 'ਚ ਪ੍ਰਣਾਮ, ਉਹਨਾਂ ਦਾ ਤਕੀਆ ਕਲਾਮ ਹੈ। ਉਹ ਸ਼ਾਇਦ ਕੁਛ ਉਹਨਾਂ ਨੇ ਤਾਂ ਕਿਹਾ ਨਾ ਕਿਹਾ, ਲੇਕਿਨ ਦੱਸ ਰਹੇ ਨੇ ਇੱਕ ਗੱਲ ਕਹੀ ਕਿ ਕਿਉਂਕਿ ਸਾਡਾ ਜਿਹੜਾ ਵਿਚਰਨ ਹੋਇਆ ਜ਼ਿੰਦਗੀ ਦਾ, ਉਹ ਜ਼ਿਆਦਾਤਰ ਹਿੰਦੀ ਦੇ ਇਲਾਕੇ 'ਚ ਹੈ, ਬਿਹਾਰ ਬੰਗਾਲ ਵੱਲ ਵੀ ਰਿਹਾ। ਉੱਥੋਂ ਪਤਾ ਲੱਗਿਆ ਸੀ ਨਮਸਕਾਰ ਔਰ ਪ੍ਰਣਾਮ ਦੇ ਅਰਥ ਦਾ। ਨਮਸਕਾਰ ਹੁੰਦੀ ਹੈ ਨਮਸਤੇ, ਬਰਾਬਰ ਦੇ ਨੂੰ ਕਰੀ ਜਾਂਦੀ ਹੈ। ਜਿਹੜੀ ਪ੍ਰਣਾਮ ਹੈ ਉਹ ਆਪ ਤੇ ਬੜੇ ਨੂੰ ਕਰੀ ਜਾਂਦੀ ਹੈ, ਔਰ ਬਹੁਤ ਜ਼ਿਆਦਾ ਉਹਦੇ ਵਿੱਚ ਝੁਕਣਾ ਹੁੰਦਾ ਪ੍ਰਣਾਮ 'ਚ। ਸੋ ਇਹ ਥੋੜਾ ਥੋੜਾ ਅੱਖਰਾਂ ਦਾ ਅੰਤਰ ਹੁੰਦਾ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਅਗਲੀ ਪੌੜੀ ਦੀ ਵਿਚਾਰ ਹਾਜ਼ਰ ਹੈ ਸਾਧ ਸੰਗਤ ਜੀ। ਆਸਣ ਲੋਏ ਲੋਏ ਭੰਡਾਰ। ਸਾਰੇ ਜਗਤ ਦੇ ਵਿੱਚ ਉਹਨੇ ਆਪਣਾ ਆਸਣ ਲਾਇਆ ਹੋਇਆ। ਜਗਤ ਦੇ ਵਿੱਚ ਉਹ ਬੈਠਾ ਹੈ, ਤਸਵੀਰ ਹੈ, ਜਿਹੜਾ ਜਗਤ ਹੈ ਉਹਦੇ ਵਿੱਚ ਉਹ ਆਪ ਬੈਠਾ ਹੈ, ਮੂਰਤੀਕਾਰ। ਔਰ ਭੰਡਾਰਾ ਉਹਨੇ ਸਦਾ ਵਾਸਤੇ ਸਾਰਿਆਂ ਲੋਕਾਂ ਵਿੱਚ ਦਿੱਤਾ ਹੋਇਆ। ਇਹ ਉਹ ਖਿਆਲ ਦਾ ਖੰਡਨ ਹੈ ਗੁਰੂ ਨਾਨਕ ਸਾਹਿਬ ਵੱਲੋਂ, ਜਿਹੜਾ ਵਿਸ਼ਨੂੰ ਨੂੰ ਕਹਿੰਦੇ ਆ ਵੀ ਉਹ ਭੰਡਾਰਾ ਦਿੰਦਾ, ਭੰਡਾਰੀ ਹੈ ਉਹ। ਕਹਿੰਦੇ ਨਹੀਂ ਭਾਈ, ਇਹ ਭੰਡਾਰਾ ਤਾਂ ਉਹਨੇ ਸਦਾ ਵਾਸਤੇ ਪਹਿਲਾਂ ਹੀ ਪਾਇਆ ਹੋਇਆ। ਜੋ ਕੁਛ ਪਾਇਆ ਸੋ ਏਕਾ ਵਾਰ, ਵਾਰ ਵਾਰ ਪਾਉਣ ਦੀ ਲੋੜ ਨਹੀਂ ਪੈਂਦੀ ਉਹਨੇ ਹਮੇਸ਼ਾ ਵਾਸਤੇ ਹੀ ਪਾਇਆ ਹੋਇਆ। ਇਹ ਖਿਆਲ ਇੱਕ ਵਾਰ ਕਿਸੇ ਨਾਲ ਕੋਈ ਬੰਦਾ ਸੀ ਮਾਤੜ ਵਿਚਾਰਾ, ਉਹਦੇ ਨਾਲ ਵਿਚਾਰ ਹੋਈ। ਉਹ ਕਹਿੰਦਾ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਆਹ ਚੰਡੀਗੜ੍ਹ ਪਿਛਲੇ 25 30 40 ਸਾਲ ਤੋਂ ਬਣਿਆ, ਵੀ ਐਡੀਆਂ ਐਡੀਆਂ ਇਮਾਰਤਾਂ ਬਣ ਗਈਆਂ, ਵੀ ਪਹਿਲਾਂ ਤਾਂ ਇਹ ਹੈ ਨਹੀਂ ਸੀਗੀਆਂ। ਫਿਰ ਇਹ ਗੱਲ ਇਹ ਚਲੋ ਅਣਭੋਲ ਬਣੇ 'ਚ ਉਹਦੀ ਸਵਾਲ ਇਹ, ਕਿਉਂਕਿ ਇਹ ਤਾਂ ਸਾਇੰਸ ਦਾ ਕੁਐਸਚਨ ਹੈ ਵੀ ਜਿਹੜੀ ਵੀ ਚੀਜ਼ ਹੈ ਉਹ ਰੂਪ ਵਟਾ ਸਕਦੀ ਹੈ, ਰਹੇਗੀ ਉਨੀ। ਕੈਮੀਕਲ ਰਿਐਕਸ਼ਨ ਜਿਹੜੇ ਹੁੰਦੇ ਆ, ਜਿਵੇਂ ਸਿਲਵਰ ਨਾਈਟ੍ਰੇਟ ਹੈ, ਸੋਡੀਅਮ ਕਲੋਰਾਈਡ, ਦੋਹਾਂ ਨੂੰ ਪਾ ਦਈਏ, ਜੋ ਕੁਛ ਬਣੇਗਾ ਅੱਗੇ ਉਹ ਓਨਾ ਹੀ ਰਹੇਗਾ। ਉਹਦਾ ਜਿਹੜਾ ਮਾਸ ਹੈ ਓਨਾ ਹੀ ਰਹੂਗਾ, ਵਜ਼ਨ ਓਨਾ ਹੀ ਰਹੂਗਾ।
ਕੈਮੀਕਲ ਰਿਐਕਸ਼ਨਾਂ ਵਿੱਚ ਨਾ ਕੁਛ ਘਟਦਾ ਨਾ ਕੁਛ ਵੱਧਦਾ ਹੈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ। ਗੁਰਬਾਣੀ ਵੀ ਇਹੀ ਕਹਿੰਦੀ ਹੈ, ਸਾਇੰਸ ਵੀ ਇਹੀ ਕਹਿੰਦੀ ਹੈ। ਉਹ ਜਿਹੜੀਆਂ ਇਮਾਰਤਾਂ ਮੈਂ ਕਿਹਾ ਭਾਈ ਸਾਹਿਬ ਜੀ, ਉਹ ਆਪਣੀ ਭ੍ਰਾਂਤੀ ਹੋਇਆ ਦੇਖਣ ਦੀ। ਜਿਹੜਾ ਉਹ ਇੱਟਾਂ ਨੂੰ ਗਾਰਾ ਲੱਗਿਆ, ਮਿੱਟੀ ਲੱਗੀ ਹੈ, ਕੋਲਾ ਲੱਗਿਆ ਬਣਾਉਣ 'ਚ, ਸੇਕ ਲੱਗਿਆ, ਉਹ ਸਾਰਾ ਕੁਛ ਪਹਿਲਾਂ ਵੀ ਇੱਥੇ ਹੈਗਾ ਸੀਗਾ। ਪਾਣੀ ਲੱਗਿਆ ਇੱਟਾਂ ਪੱਥਣ 'ਚ, ਉਹ ਰੂਪ ਵਟਾ ਲਿਆ ਮੈਟਰ ਨੇ ਆਪਣਾ। ਇੱਕ ਸਾਇੰਸ ਦਾ ਅਸੂਲ ਹੈ ਵੀ ਮੈਟਰ ਰਿਮੇਨਸ ਕੌਂਸਟੈਂਟ ਐਂਡ ਐਨਰਜੀ ਰਿਮੇਨਸ ਕੌਂਸਟੈਂਟ। ਜਾਂ ਦੂਜੇ ਸ਼ਬਦਾਂ ਜਿਹਨਾਂ ਨੂੰ ਆਪਾਂ ਐਂ ਵੀ ਕਹਿ ਦਿੰਦੇ ਹਾਂ ਵੀ ਐਨਰਜੀ ਕੈਨ ਨਾਟ ਵੀ ਕ੍ਰੀਏਟਡ ਔਰ ਡਿਸਟਰੋਇਡ। ਇਸੇ ਤਰ੍ਹਾਂ ਮੈਟਰ ਹੈ, ਮੈਟਰ ਕੈਨ ਨਾਟ ਵੀ ਕ੍ਰੀਏਟਡ ਔਰ ਡਿਸਟਰੋਇਡ। ਪਦਾਰਥ ਔਰ ਐਨਰਜੀ ਦੋਹਾਂ ਨੂੰ ਨਾ ਪੈਦਾ ਕਰਿਆ ਜਾ ਸਕਦਾ, ਨਾ ਇਹਨਾਂ ਨੂੰ ਖਤਮ ਕਰਿਆ ਜਾ ਸਕਦਾ। ਇਹ ਰੂਪ ਵਟਾ ਸਕਦੀਆਂ। ਜਿਵੇਂ ਪਾਣੀ ਦੀ ਐਨਰਜੀ ਹੈ, ਚੱਲਦੇ ਪਾਣੀ ਦੇ ਵਿੱਚ ਸ਼ਕਤੀ ਹੁੰਦੀ ਹੈ, ਉੱਥੋਂ ਟਰਬਾਈਨਾਂ ਚੱਲਦੀਆਂ, ਬਿਜਲੀ ਪੈਦਾ ਹੋ ਜਾਂਦੀ, ਇਲੈਕਟ੍ਰੀਕਲ ਐਨਰਜੀ 'ਚ ਬਦਲ ਜਾਂਦੀ। ਉਹ ਅੱਗੇ ਆ ਕੇ ਮਕੈਨੀਕਲ ਐਨਰਜੀ 'ਚ ਬਦਲ ਜਾਂਦੀ, ਇੰਜਣ ਵਗੈਰਾ ਜਦ ਚਲਾਉਂਦੇ ਆ, ਜਾਂ ਇਲੈਕਟ੍ਰੀਕਲ ਐਨਰਜੀ ਬਿਜਲੀ ਦੇ ਯੰਤਰ ਚੱਲਦੇ ਆ। ਇਹ ਚੇਂਜ ਆਫ ਫਾਰਮ ਹੋ ਜਾਂਦੀ, ਲੇਕਿਨ ਰਹਿੰਦੀ ਉਨੀਓ ਹੈ। ਉਹੀ ਗੱਲ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਆ, ਫਰਮਾ ਰਹੇ ਆ, ਜੋ ਕੁਛ ਪਾਇਆ ਸੋ ਏਕਾ ਵਾਰ। ਦੁਨੀਆ ਦੇ ਵਿੱਚ ਜਿੰਨੀ ਵੀ ਐਨਰਜੀ ਹੈ, ਐਨਰਜੀ ਤਾਂ ਆਪ ਜੀ ਸਮਝਦੇ ਹੋਣਗੇ, ਊਰਜਾ ਜਾਂ ਪਦਾਰਥ ਜਿੰਨਾ ਵੀ ਹੈ, ਉਹ ਉਨਾ ਹੀ ਰਹੇਗਾ, ਨਾ ਇੱਕ ਤੋਲਾ ਭਰ ਵਧੂਗਾ ਨਾ ਘਟੂਗਾ, ਚੇਂਜ ਹੋ ਸਕਦਾ। ਜਿਵੇਂ ਇੱਕ ਕੋਈ ਮੋਮਬੱਤੀ ਜਲਦੀ ਹੈ, ਜਿੰਨਾ ਮੋਮਬੱਤੀ ਦਾ ਵਜ਼ਨ ਹੈ, ਜਦ ਉਹਨੂੰ ਅੱਗ ਲਾ ਕੇ ਆਪਾਂ ਜਲਾਉਂਦੇ ਸਾਰੀ ਉਹ ਜਲ ਵੀ ਜਾਂਦੀ ਹੈ। ਉਹ ਜਿਹੜੇ ਉਹਦੇ 'ਚੋਂ ਵੇਪਰ ਪੈਦਾ ਹੋਏ, ਵਾਸ਼ਪ, ਲਾਈਟ ਪੈਦਾ ਹੋਈ, ਉਹ ਵੀ ਐਨਰਜੀ ਹੈ। ਚਿੜਚਿੜ ਹੋਈ, ਤਿੜਤਿੜ, ਉਹ ਵੀ ਸਾਊਂਡ ਐਨਰਜੀ ਹੈ। ਉਹ ਸਾਰੀਆਂ ਦਾ ਅਗਰ ਵਜ਼ਨ ਕਰਕੇ ਦੇਖਿਆ ਜਾਵੇ, ਕਰ ਲੈਂਦੇ ਹਾਂ ਸਾਇੰਸਦਾਨ, ਤਾਂ ਉਹ ਮੋਮਬੱਤੀ ਦੇ ਵਜ਼ਨ ਜਿੰਨਾ ਹੀ ਹੁੰਦਾ। ਇਹ ਇੱਕ ਐਕਸੈਪਟਡ ਅਸੂਲ ਹੈ ਵੀ ਐਨਰਜੀ ਰੂਪ ਵਟਾ ਸਕਦੀ ਹੈ, ਪਦਾਰਥ ਰੂਪ ਵਟਾ ਸਕਦਾ, ਲੇਕਿਨ ਉਹ ਵੱਧ ਘੱਟ ਨਹੀਂ ਹੋ ਸਕਦਾ। ਆਈਨਸਟਾਈਨ ਨੇ ਜਿਹੜੀ ਥਿਊਰੀ ਦਿੱਤੀ, ਜਿਹਨੇ ਫਿਰ ਸਾਰੀ ਸਾਇੰਸ ਦਾ ਮੂਡ ਬਦਲ ਕੇ ਰੱਖ ਦਿੱਤਾ, ਸਾਰੀ ਸਾਇੰਸ ਦੀ ਜਿਹੜੀ ਦਿਸ਼ਾ ਸੀਗੀ ਉਹ ਬਦਲ ਕੇ ਅਧਿਆਤਮ ਵੱਲ ਨੂੰ ਲਗਾ ਦਿੱਤੀ। ਉਹ ਇਹ ਸੀਗਾ ਵੀ ਐਮ ਬਰਾਬਰ ਈ ਬਰਾਬਰ ਹੈ MC ਸਕੁਏਅਰ। ਈ ਐਨਰਜੀ, ਐਮ ਮਾਸ, ਸੀ ਹੁੰਦੀ ਹੈ ਵੈਲੋਸਿਟੀ ਆਫ ਲਾਈਟ, ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਹੈ। 1,86,000 ਮੀਲ ਪਰ ਸੈਕਿੰਡ ਹੁੰਦੀ ਹੈ ਲਾਈਟ ਦੀ ਜਿਹੜੀ ਵੈਲੋਸਿਟੀ ਹੈ, ਚਾਲ ਕਹਿ ਲਓ। ਵੀ ਜੇ ਐਨਰਜੀ ਮਾਸ ਵਿੱਚ ਵੀ ਬਦਲ ਸਕਦੀ ਹੈ, ਮਾਸ ਐਨਰਜੀ 'ਚ ਵੀ ਬਦਲ ਸਕਦਾ ਹੈ। ਆ ਦੇਖੋ, ਉਹਨਾਂ ਨੇ ਨਵੀਂ ਗੱਲ ਕਹਿ ਦਿੱਤੀ ਵੀ ਐਨਰਜੀ ਖਤਮ ਤਾਂ ਨਹੀਂ ਹੋ ਸਕਦੀ, ਇਹ ਚੇਂਜ ਹੋ ਕੇ ਆਪਣਾ ਰੂਪ ਬਦਲ ਕੇ ਪਦਾਰਥ ਵਿੱਚ ਬਦਲ ਸਕਦੀ ਹੈ। ਐਮ ਮਾਸ ਹੁੰਦਾ ਥੋੜ੍ਹਾ ਜਿਹਾ, ਐਨਰਜੀ ਹੁੰਦੀ ਹੈ ਬਹੁਤ, ਕਿਉਂਕਿ ਮਾਸ ਨੂੰ ਗੁਣਾ ਐਨਰਜੀ ਜਿਹੜੀ ਵੈਲੋਸਿਟੀ ਆਫ ਲਾਈਟ ਹੈ ਉਹਦੇ ਨਾਲ, ਉਹਦਾ ਵੀ ਸਕੇਅਰ ਨਾਲ ਹੋਣਾ। 1,86,000 ਦੇ ਉੱਪਰ ਸਕੇਅਰ, ਯਾਨੀ 1,86,000 ਗੁਣਾ 1,86,000 ਕਿੰਨਾ ਬਣ ਜਾਂਦਾ ਹੈ? ਇਹਨੂੰ ਮਾਸ ਦੇ ਨਾਲ ਗੁਣਾ ਕਰਕੇ ਐਨਰਜੀ ਦੇ ਬਰਾਬਰ ਆਉਣਾ। ਮਾਸ ਬਹੁਤ ਛੋਟਾ ਜਿਹਾ ਇੱਕ ਆਈਟਮ, ਜਿਹੜਾ ਦਿਖਦਾ ਵੀ ਨਹੀਂ ਅੱਖ ਨਾਲ, ਉਹਦੇ 'ਚੋਂ ਕਰੋੜਾਂ ਟਨ ਐਨਰਜੀ ਪੈਦਾ ਹੋ ਜਾਂਦੀ ਹੈ, ਐਸੇ ਸਿਧਾਂਤ ਦੇ ਤਹਿਤ ਹੁੰਦੀ ਹੈ। ਸੋ ਪਦਾਰਥ ਐਨਰਜੀ 'ਚ ਬਦਲ ਸਕਦਾ, ਐਨਰਜੀ ਪਦਾਰਥ ਵਿੱਚ ਬਦਲ ਸਕਦੀ ਹੈ, ਔਰ ਇਹ ਸਾਇੰਸਦਾਨ ਬਦਲਾ ਰਹੇ ਹੈ। ਐਟਮ ਬੰਬ ਇਸੇ ਦੀ ਖੋਜ ਹੈ। ਇਹ ਰਹੇਗਾ ਉਨਾ ਹੀ, ਇਹਦਾ ਜਿਹੜਾ ਮਾਸ ਹੈ, ਵਜ਼ਨ ਹੈ, ਉਨਾ ਹੀ ਰਹੇਗਾ, ਵੱਧ ਘੱਟ ਨਹੀਂ ਹੁੰਦਾ, ਰੂਪ ਵਟਾ ਸਕਦਾ। ਤਾਂ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ 500 ਸਾਲ ਪਹਿਲਾਂ, ਜਦੋਂ ਸਾਇੰਸ ਦੀ ਅਜੇ ਕੋਈ ਗੱਲ ਵੀ ਨਹੀਂ ਥੀ, ਕਿੰਨੀ ਸੱਚਾਈ ਦੇ ਨੇੜੇ, ਬਈ ਜੋ ਕੁਛ ਪਾਇਆ ਸੋ ਏਕਾ ਵਾਰ। ਜੋ ਕੁਛ ਪਾਇਆ, ਜੋ ਵੀ ਉਹਨੇ ਪਾਇਆ ਉਹ ਇੱਕੋ ਵਾਰ ਪਾ ਕੇ ਰੱਖ ਦਿੱਤਾ, ਬਾਰ ਬਾਰ ਉਹਨੂੰ ਪਾਉਣ ਦੀ ਲੋੜ ਨਹੀਂ। ਵਿਸ਼ਨੂੰ ਦੇ ਸਿਧਾਂਤ ਅਨੁਸਾਰ ਵੀ ਵਿਸ਼ਨੂੰ ਭੰਡਾਰੇ ਦੇ ਰਿਹਾ ਹੈ ਸਾਰੇ ਜਗਤ ਨੂੰ, ਐਸਾ ਨਹੀਂ ਹੈ। ਕਰ ਕਰ ਵੇਖੈ ਸਿਰਜਣਹਾਰ, ਭਾਵ ਨੇ ਸਭ ਕੁਛ ਪਹਿਲਾਂ ਹੀ ਦਿੱਤਾ, ਔਰ ਬੈਠਾ ਦੇਖ ਰਿਹਾ, ਬੈਠਾ ਵੇਖੈ ਵੱਖ ਅਕੇਲਾ, ਵਿੱਚ ਵੀ ਬੈਠਾ ਹੈ, ਬਾਹਰ ਬਹਿ ਕੇ ਵੀ ਆਪਣੀ ਰਚਨਾ ਨੂੰ ਦੇਖ ਰਿਹਾ ਵੀ ਕਿਆ ਕਰ ਰਹੀ ਹੈ ਮੇਰੀ ਰਚਨਾ।
ਨਾਨਕ ਸੱਚੇ ਕੀ ਸਾਚੀ ਕਾਰ। ਉਹ ਸੱਚੇ ਵਾਹਿਗੁਰੂ ਦੀ, ਇਹ ਨਾਨਕ, ਇਹ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ, ਇਹ ਉਹਦੀ ਸੱਚੀ ਕਾਰ ਹੈ। ਹੁਣ ਜਿਹੜੀ ਸੱਚੀ ਕਾਰ ਦੀ ਗੱਲ ਸੁਖਮਨੀ ਸਾਹਿਬ 'ਚ ਵੀ ਆਉਂਦੀ ਹੈ, ਇਹ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਇਹ ਜਗਤ ਸੱਚਾ ਵੀ ਹੈ ਭਾਈ, ਕਿਉਂਕਿ ਉਹ ਵਿੱਚ ਬੈਠਾ ਇਹਦੇ। ਪਰ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਝੂਠ ਵੀ ਹੈ, ਚਲਾਏਮਾਨ ਵੀ ਹੈ, ਇਹਨੇ ਰਹਿਣਾ ਕੋਈ ਨਹੀਂ ਹੈ, ਸੱਚਾ ਇਸ ਕਰਕੇ ਨਹੀਂ ਹੈ। ਉਂਝ ਸੱਚਾ ਵੀ ਹੈ ਕਿਉਂਕਿ ਉਹ ਕਰਤਾ ਇਹਦੇ ਵਿੱਚ ਬੈਠਾ। ਇਹ ਸਭ ਸਮਝਣ ਜੈਸੀਆਂ ਬਾਤਾਂ ਹੈ। ਸਭ ਕੁਛ ਉਹਦਾ ਕਰਿਆ ਹੋਇਆ, ਸਭ ਕੁਛ ਪੂਰਾ ਹੈ ਔਰ ਸੱਚਾ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟ ਬਾਧ ਕੁਛ ਨਹੀਂ। ਸੋ ਇਹ ਜਿਹੜੀਆਂ ਕੁਛ ਗੱਲਾਂ ਕਹੀਆਂ ਜਾਂਦੀਆਂ ਹੁੰਦੀਆਂ, ਉਹਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ। ਉਹ ਭਾਵਨਾ ਅੱਖਰਾਂ 'ਚ ਨਹੀਂ ਹੁੰਦੀ, ਲੇਕਿਨ ਉਹਨੂੰ ਆਪਾਂ ਬੁੱਝਣਾ ਕਹਿ ਦਿੰਦੇ ਹੁੰਦੇ। ਹੁਣ ਇਹ ਜਿਹੜੀ ਆਇਨਸਟਾਈਨ ਦੀ ਗੱਲ ਹੈ, ਇਹ ਤਾਂ ਇੱਕ ਥਿਊਰੀ ਹੈ, ਸਾਇੰਸ ਦੇ ਮੁਤਾਬਕ ਹੈ। ਪਰ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਪਹਿਲਾਂ ਹੀ ਕਹਿ ਰਹੇ ਅੱਖਰਾਂ ਵਿੱਚ, ਉਹ ਪ੍ਰਗਟਤਾ ਹੈ ਨਹੀਂ ਸੀਗੀ, ਲੇਕਿਨ ਉਹਦਾ ਮਤਲਬ ਇਹੀ ਸੀਗਾ ਜਿਹੜਾ ਹੁਣ ਸਾਇੰਸ ਕਹਿ ਰਹੀ ਹੈ। ਬਈ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਤਾਂ ਕਿਤੇ ਈ ਨਹੀਂ ਹੈ, ਐਮ ਨਹੀਂ ਹੈ, ਸੀ ਦਾ ਸਕੇਅਰ ਕਿਤੇ ਹੈ ਇਹਨਾਂ ਤੁਕਾਂ ਦੇ ਵਿੱਚ, ਪਰ ਭਾਵ ਉਹੀ ਹੈ। ਸਾਇੰਸ ਦੇ ਮੁਤਾਬਕ ਬਹੁਤ ਕੁਝ ਜੋ ਅੱਜ ਕੱਲ੍ਹ ਹੋ ਰਿਹਾ ਦੇਖ ਰਹੇ ਹਾਂ, ਜਿਹਨੂੰ ਆਪਾਂ ਸੱਚ ਮੰਨਦੇ ਹਾਂ, ਕਿਸੇ ਸਮੇਂ ਤੱਕ ਉਹ ਸੱਚ ਹੁੰਦਾ ਵੀ ਹੈ, ਬਾਅਦ 'ਚ ਬਦਲ ਵੀ ਜਾਂਦਾ ਹੈ। ਪਰ ਗੁਰਬਾਣੀ ਦਾ ਸੱਚ ਨਹੀਂ ਬਦਲੇ। ਗੁਰਬਾਣੀ ਦੇ ਵਿੱਚ ਜੋ ਕੁਛ ਵਿੱਚ ਭਾਵਨਾ ਹੈ, ਬੁੱਝਣ ਵਾਲੀ ਜਿਹੜੀ ਗੱਲ ਹੈ, ਉਹ ਕਦੇ ਨਹੀਂ ਬਦਲਦੀ, ਉਹੀ ਰਹੇਗੀ। ਸਾਇੰਸ ਦੇ ਅਸੂਲ ਬਦਲੀ ਜਾਂਦੇ ਆ। ਆਇਨਸਟਾਈਨ ਤੋਂ ਪਹਿਲਾਂ ਕੁਛ ਹੋਰ ਸੀਗੇ, ਹੁਣ ਹੋਰ ਬਣ ਗਏ, ਸ਼ਾਇਦ ਆਉਣ ਵਾਲੇ ਸਮੇਂ 'ਚ ਹੋਰ ਬਦਲ ਜਾਏ ਕੋਈ। ਗੁਰਬਾਣੀ ਦਾ ਜਿਹੜਾ ਸੱਚ ਹੈ ਉਹ ਨਹੀਂ ਬਦਲੇਗਾ ਕਦੇ ਵੀ, ਕਿਉਂਕਿ ਉਹ ਹੈ, ਉਹ ਸੱਚ ਹੈ, ਅਲਟੀਮੇਟ ਸੱਚ ਹੈ ਉਹ। ਸਾਇੰਸ ਅਲਟੀਮੇਟ ਸੱਚ ਨਹੀਂ ਹੈ, ਸੱਚ ਹੈ ਲੇਕਿਨ ਸਮੁੱਚਾ ਸੱਚ ਨਹੀਂ ਹੈ। ਸਾਇੰਸ ਦਾ ਜੋ ਕੁਛ ਵੀ ਹੈ ਟਰੂਥ ਹੈ, ਫੁੱਲਨੈਸ ਆਫ ਟਰੂਥ ਨਹੀਂ ਹੈ, ਬਦਲੀ ਜਾਏਗੀ, ਬਦਲਦੀ ਰਹਿੰਦੀ ਹੈ ਹਮੇਸ਼ਾ ਹੀ। ਪਰ ਗੁਰਬਾਣੀ ਦਾ ਜਿਹੜਾ ਬੁੱਝਣਾ ਉਹ ਸੱਚ ਹੈ, ਉਹਦੇ 'ਚ ਕੋਈ ਚੇਂਜ ਕਦੇ ਵੀ ਨਹੀਂ ਆ ਸਕਦੀ। ਸੋ ਜਿਹੜੇ ਖਿਆਲ ਅਧਿਆਤਮ ਦੇ ਵਿੱਚ ਪਹਿਲਾਂ ਪਏ ਹੋਏ ਸੀ ਵੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਸਾਰੇ ਖਿਆਲ ਗੁਰੂ ਨਾਨਕ ਪਾਤਸ਼ਾਹ ਨੇ ਉਹ ਬਦਲੇ ਵੀ ਨਹੀਂ ਭਾਈ, ਇੱਕ ਨਹੀਂ ਹੈ। ਸੰਸਾਰ ਨੂੰ ਇੱਕ ਨੇ ਹੀ ਪੈਦਾ ਕਰਿਆ ਹੋਇਆ, ਇੱਕ ਹੀ ਉਹਨੂੰ ਭੰਡਾਰਾ ਦਿੰਦਾ, ਇੱਕ ਹੀ ਯਾਨੀ ਪਰਮਾਤਮਾ ਹੀ ਉਹਨੂੰ ਲੈ ਕਰਦਾ। ਇਹ ਅਧਿਆਤਮਵਾਦ ਦੀ ਸਿਖਰ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ। ਇਹਦੇ ਵਿੱਚ ਤਬਦੀਲੀ ਨਹੀਂ ਹੋਣੀ ਹੈ, ਕਿਉਂਕਿ ਇਹ ਅਲਟੀਮੇਟ ਸੱਚ ਹੈ, ਜਿਹਨੂੰ ਆਪਾਂ ਪੂਰਾ ਸੱਚ ਕਹਿੰਦੇ ਹਾਂ। ਇਹ ਪਰਮਾਤਮਈ ਬਾਤਾਂ ਹੈ। ਪਰਮਾਤਮਈ ਬਾਤਾਂ ਗੁਰੂ ਦੱਸ ਸਕਦਾ, ਗੁਰੂ ਕਰ ਸਕਦਾ, ਹੋਰ ਕਿਸੇ ਵਿਅਕਤੀ ਵਿਸ਼ੇਸ਼ ਕੋਲ ਨਹੀਂ ਇਹ ਹੁੰਦੀਆਂ। ਕੁਛ ਉਹਨਾਂ ਤੋਂ ਸਿੱਖ ਕੇ ਗੁਰੂ ਸਾਹਿਬ ਤੋਂ ਹੁੰਦੀਆਂ, ਲੇਕਿਨ ਉਹਦੀਆਂ ਆਪਣੀਆਂ ਨਹੀਂ ਹੁੰਦੀਆਂ, ਉਹ ਗੁਰੂ ਤੋਂ ਲਈਆਂ ਵੀ ਹੁੰਦੀਆਂ। ਆਪਾਂ ਵੀ ਜਿਹੜੀਆਂ ਇਹ ਡਿਸਕਸ਼ਨਾਂ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਆਪਣੀਆਂ ਥੋੜ੍ਹੀਆਂ। ਗੁਰੂ ਤੋਂ ਜੋ ਪੜ੍ਹਦੇ, ਬਾਣੀ ਗੁਰੂ ਹੈ ਜਾਂ ਸੰਗਤ ਹੈ ਬਾਣੀ ਦੀ, ਉੱਥੋਂ ਮਿਲਦੀਆਂ ਇਹ ਸਭ ਗੱਲਾਂ। ਉਹੀ ਆਪਾਂ ਕਰਦੇ, ਗੁਰੂ ਦੇ ਪਿੱਛੇ ਚੱਲ ਕੇ। ਜੇ ਆਪਾਂ ਇਹਦੇ ਪਰ ਆਪਣੀ ਮੋਹਰ ਲਗਾ ਦਈਏ ਵੀ ਮੇਰੀ ਗੱਲ ਹੈ, ਨੋ, ਉਹ ਤਾਂ ਫਿਰ ਹਿਮਾਕਤ ਵੀ ਹੈ, ਖਾਮ ਖਿਆਲੀ ਵੀ ਹੈ ਔਰ ਹਉਮੈ ਵੀ ਹੈ। ਇਹ ਗੁਰੂ ਦੀਆਂ ਗੱਲਾਂ ਹੀ ਅਸੀਂ ਸਿੱਖੀਆਂ ਹੋਈਆਂ, ਜ਼ਿੰਦਗੀ 'ਚ ਸਿੱਖ ਰਹੇ ਹਾਂ ਰੋਜ਼। ਹੁਣ ਜਿਹੜੀ ਵਿਚਾਰ ਹੋ ਰਹੀ ਇਹਦੇ 'ਚ ਵੀ ਇਹੀ ਕੁਛ ਆ ਰਿਹਾ, ਇਹ ਅਲਟੀਮੇਟ ਸੱਚ ਹੈ ਭਾਈ। ਸੋ ਜਿਹੜੀਆਂ ਚੰਡੀਗੜ੍ਹ ਦੀਆਂ ਇਮਾਰਤਾਂ ਪਿਛਲੇ 30-40 ਸਾਲ 'ਚ ਬਣੀਆਂ, ਉਹ ਭਾਈ ਉਹਨਾਂ ਦਾ ਰੂਪ ਪਹਿਲਾਂ ਵੀ ਪਦਾਰਥ ਹੈਗਾ ਸੀ ਧਰਤੀ ਦੇ ਉੱਪਰ। ਇਹ ਹਮੇਸ਼ਾ ਤੇ ਹੀ ਹੈ, ਜੋ ਕੁਛ ਉਹਨੇ ਪਾਤਾ ਇੱਕੋ ਵਾਰੀ ਪਾਤਾ, ਮੁੜ ਕੇ ਕਰਨ ਦੀ ਲੋੜ ਨਹੀਂ ਹੈ, ਰੂਪ ਵਟਾਈ ਜਾਂਦਾ। ਐਟਮ ਬੰਬ ਦੇ ਵਿੱਚ ਇੱਕ ਐਟਮ ਅੱਖ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਵਜਨ ਤਾਂ ਸਾਇੰਸਦਾਨਾਂ ਨੇ ਕਰ ਲਿਆ ਉਹਦਾ, 1/1847 ਹੈ ਸ਼ਾਇਦ, ਲੇਕਿਨ ਉਹ ਨਾ ਦਿਸਦੀ ਚੀਜ਼ ਜਿਹੜੀ ਬਿਲਕੁਲ ਮਾਈਨਿਊਟ ਹੈ, ਉਹਦੇ ਵਿੱਚੋਂ ਕਰੋੜਾਂ ਟਨ ਐਨਰਜੀ ਜਾਪਾਨ ਦੇ ਵਿੱਚ ਪੈਦਾ ਕਰਕੇ ਵੀ ਦੇਖ ਲਈ। ਜਦੋਂ ਐਟਮ ਬੰਬ ਸਿੱਟੇ ਸੀ ਨਾਗਾਸਾਕੀ ਔਰ ਹੀਰੋਸ਼ੀਮਾ ਦੇ ਉੱਤੇ, 2 ਸ਼ਹਿਰ ਬਿਲਕੁਲ ਤਬਾਹ ਹੋ ਗਏ ਵਿਦਿਨ ਮਿੰਟਸ।
बड़े बड़े गाडर पिघल के गिर गए, नेरी आई, खड़ाका होया, आवाज आई, किन्ने लोग ਲੱਖਾਂ ਦੀ ਗਿਣਤੀ 'ਚ ਮਾਰੇ ਗਏ। ਅਣਦਿਸਦੀ ਚੀਜ਼ ਚੋਂ ਇੰਨਾ ਕੁਝ ਪੈਦਾ ਹੋ ਗਿਆ। ਇਹ ਕੁਦਰਤ ਦੇ ਰਹੱਸ ਹੈ, ਪਰਮਾਤਮਾ ਦੇ ਰਹੱਸ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਬਿਲਕੁਲ ਸਾਦੇ ਸ਼ਬਦਾਂ ਵਿੱਚ ਐਕਸਪਲੇਨ ਕਰ ਦਿੱਤਾ। ਪਰ ਹੁਣ ਉਹਨੂੰ ਸਮਝਣ ਖਾਤਰ ਫਿਰ ਲੋੜ ਸੀਗੀ ਬੁੱਧੀ ਦੀ। ਬੁੱਧੀ ਹੁਣ ਹੌਲੀ ਹੌਲੀ ਡਿਵੈਲਪ ਹੋ ਰਹੀ ਹੈ ਮਨੁੱਖ ਦੀ। ਉਹਨੇ ਇਹ ਗੱਲ ਕਰ ਲਈ, ਹੁਣ ਸਮਝ ਆ ਰਹੀ ਹੈ ਇਹਨਾਂ ਚੀਜ਼ਾਂ ਦੀ। ਚਲੋ ਸਮਾਪਤੀ ਕਰੀਏ। ਸਾਇੰਸ ਦਾ ਵਿਸ਼ਾ ਸੀ ਥੋੜ੍ਹਾ ਜਿਹਾ, ਕਈ ਜਿਹਨੇ ਨਹੀਂ ਸਾਇੰਸ ਪੜ੍ਹੀ ਸ਼ਾਇਦ ਉਹਨਾਂ ਨੂੰ ਔਖਾ ਵੀ ਲੱਗੇ, ਪਰ ਐਕਸਪਲੇਨ ਕਰਿਆ ਹੀ ਏਕਣ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਸੀਗਾ। ਕੋਈ ਹੋਰ ਕਰੇਗਾ ਤਾਂ ਚੰਗੀ ਗੱਲ ਹੈ, ਜੇ ਕੋਈ ਸਾਦੇ ਸ਼ਬਦਾਂ 'ਚ ਹੋਰ ਕਰ ਸਕੇ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਇਹ ਤਾਂ ਹੁਣ ਨਿਸ਼ਚਿੰਤ ਹੋ ਜਾਓ, ਆਪਣੇ ਗਰੁੱਪ 'ਚ ਨਹੀਂ ਬਿਕਰਿੰਗ ਹੋਏਗੀ। ਦੇਖੋ ਦੋ ਗੱਲਾਂ ਹੁੰਦੀਆਂ ਨੇ, ਜਾਂ ਤਾਂ ਦਲੀਲ ਮੁੱਕ ਜਾਏ ਬੰਦੇ ਕੋਲ, ਉਹ ਚੁੱਪ ਕਰ ਜਾਂਦਾ ਫਿਰ, ਜਾਂ ਫਿਰ ਪਰਮਾਤਮਾ ਦੇ ਹੁਕਮ ਵਿੱਚ ਕੋਈ ਬੰਦਾ ਉਹਨੂੰ ਉਹ ਮੱਤ ਦੇ ਦਿੰਦਾ ਵੀ ਚਲੋ ਇਹ ਗੱਲ ਦਾ ਕੋਈ ਸਿਰਾ ਤਾਂ ਹੈ ਨਹੀਂ, ਵੀ ਮੈਂ ਹੀ ਚੁੱਪ ਕਰ ਜਾਵਾਂ ਤੇ ਕਿਆ ਫਰਕ ਇਹਦੇ 'ਚ। ਜੇ ਇੱਕ ਚੁੱਪ ਕਰ ਜਾਏ ਦੂਏ ਨੂੰ ਚੁੱਪ ਕਰਨਾ ਹੀ ਪੈਂਦਾ ਅਲਟੀਮੇਟਲੀ। ਇਸ ਕਰਕੇ ਕੜਵਾਹਟ ਹੋਣ ਦਾ ਕੋਈ ਮਤਲਬ ਨਹੀਂ ਹੈ। ਵੈਸੇ ਦਾਸ ਰਾਏ ਨੂੰ ਦੂਜੀ ਨਿਗਾਹ ਨਾਲ ਦੇਖ ਰਿਹਾ। ਜੇ ਕੋਈ ਬੰਦਾ ਕੋਈ ਗੱਲ ਕਹਿੰਦਾ ਕਰਦਾ ਹੈ, ਟਿੱਪਣੀ ਵੀ ਚਾਹੇ ਕਰਦਾ ਹੈ, ਉਹਦੇ ਵਿੱਚ ਵੀ ਚੰਗਿਆਈ ਛੁਪੀ ਹੋਈ ਹੁੰਦੀ ਹੈ। ਕਿੰਨੀਆਂ ਹੀ ਗੱਲਾਂ ਦਾ ਇੱਕ ਪਾਸੇ ਨਹੀਂ ਪਤਾ ਹੁੰਦਾ, ਦੂਜੇ ਪਾਸੇ ਤੋਂ ਆ ਕੇ ਪਤਾ ਲੱਗ ਜਾਂਦਾ। ਫਿਰ ਹੋਰ ਵਿਚਾਰ ਆ ਜਾਂਦੀ ਹੈ ਵਿੱਚ ਵੀ ਕਿਸੇ ਗੁਰਮੁਖ ਦੀ। ਕੁਛ ਨਾ ਕੁਛ ਤਾਂ ਨਵਾਂ ਮਿਲਦਾ, ਸਿਰਜ ਹੁੰਦਾ ਹੈ। ਜੇ ਵਿਚਾਰ ਹੋਊਗੀ, ਵਿਚਾਰ ਦੀ ਜਿਹੜੀ ਰਿੜਕਣਾ ਹੈ, ਉਹਦੇ ਵਿੱਚੋਂ ਨਵੀਂ ਚੀਜ਼ ਨਿਕਲਦੀ ਹੀ ਨਿਕਲਦੀ ਹੈ। ਦੋਹਾਂ ਧਿਰਾਂ ਨੂੰ ਕੁਛ ਨਾ ਕੁਛ ਪਤਾ ਲੱਗ ਪੈਂਦਾ ਹੈ ਵੀ ਉੱਧਰ ਇਸ ਤਰ੍ਹਾਂ, ਇੱਧਰ ਇਸ ਤਰ੍ਹਾਂ। ਇਸ ਕਰਕੇ ਇਹ ਕੋਈ ਬੁਰੀ ਗੱਲ ਤਾਂ ਨਹੀਂ ਹੈ। ਇਹ ਠੀਕ ਹੈ, ਸੁਣਨ ਵਾਲਿਆਂ ਨੂੰ ਲੱਗਦਾ ਜ਼ਰੂਰ ਬਈ ਇਹ ਠੀਕ ਨਹੀਂ ਹੈ। ਚਲੋ ਇਹ ਇੱਕ ਵਿਸ਼ਾ ਹੈ, ਪਰ ਦਾਸਰੇ ਨੂੰ ਇਹਦੇ ਵਿੱਚੋਂ ਵੀ ਚੰਗਿਆਈ ਨਜ਼ਰ ਆਈ ਹੈ, ਔਰ ਆਉਣੀ ਚਾਹੀਦੀ ਵੀ ਹੈ। ਕਿਉਂਕਿ ਆਫਟਰ ਆਲ ਦੂਜੇ ਪਾਸੇ ਵੀ ਤਾਂ ਕੁਛ ਨਾ ਕੁਛ ਕਿਸੇ ਨੇ ਕੁਛ ਸਿੱਖਿਆ ਹੋਇਆ, ਉਹ ਵੀ ਤਾਂ ਗੁਰੂ ਤੋਂ ਹੀ ਹੈ। ਬੇਸ਼ੱਕ ਬੁੱਧੀ ਆਪਣੀ ਆਪਣੀ ਹੈ, ਸਿੱਖਦੇ ਤਾਂ ਗੁਰੂ ਤੋਂ ਹੀ ਹੈ। ਜਿਹਨੇ ਜਿਸ ਤਰ੍ਹਾਂ ਸਿੱਖਿਆ ਹੈ, ਜਦ ਉਹਦੀ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਹੋਊਗਾ, ਦੋਹਾਂ ਨੂੰ ਫਰਕ ਪੈ ਜਾਂਦਾ। ਹੁਣ ਜਿਹੜੀਆਂ ਵਿਆਕਰਨ ਦੀਆਂ ਗੱਲਾਂ ਚੱਲੀਆਂ, ਬਸ ਸਮਾਪਤੀ ਹੈ। ਉਹਦੇ 'ਚ ਇਹ ਹੈ ਵੀ ਬਾਕੀ ਗੱਲਾਂ ਚਲੋ ਬਿੰਦੀਆਂ ਟਿੱਪੀਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈ, ਪਹਿਲਾਂ ਹੈ ਵੀ ਨਹੀਂ ਸੀਗੀਆਂ, ਲੱਗੀਆਂ ਮੈਂ ਵੀ ਨਹੀਂ ਹੈ। ਗੁਰਬਾਣੀ 'ਚ ਬਹੁਤ ਘੱਟ ਵੱਧ ਵਰਤੋਂ ਹੋਈ ਹੈ, ਅਦ ਕਦੀ ਹੈ ਹੀ ਨਹੀਂ। ਇਹ ਪੋਸੀਬਲ ਹੈ ਵੀ ਉਸ ਟਾਈਮ ਲੱਗਦੀਆਂ ਹੀ ਨਾ ਹੋਵੇ। ਔਰ ਇਹ ਤਾਂ ਡਿਵੈਲਪਮੈਂਟ ਹੈ ਲੈਂਗੁਏਜ ਦੀ, ਹੁੰਦੀ ਰਹਿੰਦੀ ਹੈ। ਔਰ ਜੇ ਲਾਈਆਂ ਜਾਂਦੀਆਂ ਲਿਖਣ 'ਚ ਨਹੀਂ ਲੱਗ ਸਕਦੀ, ਬੋਲਣ 'ਚ ਹੋ ਸਕਦੀਆਂ। ਔਰ ਪਾਠ ਨੀਰਸ ਵੀ ਨਹੀਂ ਬਣਦਾ ਹੈ। ਇਹ ਤਾਂ ਗੱਲਾਂ ਸਾਰੀਆਂ ਕਰ ਲਈਆਂ ਭਾਈ ਜਸਪਾਲ ਵੀਰ ਸਿੰਘ ਜੀ ਨੇ ਕਰ ਲਈਆਂ, ਭਾਈ ਅਮਰੀਕ ਸਿੰਘ ਨੇ ਦੱਸ ਦਿੱਤੀਆਂ। ਇਹਦਾ ਕੋਈ ਨਿਰਣਾ ਕੋਈ ਕਰ ਵੀ ਨਹੀਂ ਸਕਦਾ। ਕਿਵੇਂ ਕਰੂਗਾ ਕੋਈ ਗੁਰੂ ਤਾਂ ਹੈ ਨਹੀਂ, ਜਾਂ ਜਿਹਦੀ ਗੱਲ ਨੂੰ ਕੋਈ ਮੰਨੇ ਲੈਣਗੇ ਸਾਰੇ। ਨੋ, ਇੱਕਣ ਦਾ ਹੋਣਾ ਹੀ ਨਹੀਂ। ਇਹਨਾਂ ਦੇ ਨਾਲ ਹੀ ਜਿਉਣਾ ਪੈਣਾ। ਲੈਟ ਅਸ ਲਿਵ ਵਿਦ ਇਟ। ਜਿਵੇਂ ਹੁਣ ਅੱਜ ਕੱਲ੍ਹ ਕਹਿ ਰਹੇ ਨਾ ਸਾਰੇ ਲੋਕ ਵੀ ਕਰੋਨਾ ਦੇ ਨਾਲ ਤਾਂ ਰਹਿਣਾ ਹੀ ਪੈਣਾ, ਕਿੰਨੀ ਪਾਬੰਦੀਆਂ ਲਾਈ ਜਾਓ, ਇਹਨੇ ਫੇਰ ਵੀ ਨਹੀਂ ਹਟਣਾ। ਤਾਂ ਇਸ ਤਰ੍ਹਾਂ ਦੀ ਉਹ ਗੱਲ ਉੱਧਰ ਹੈ। ਵਿਚਾਰਾਂ ਤਾਂ ਵਖਰੇਵਾਂ ਤਾਂ ਰਹੇਗਾ ਹੀ ਰਹੇਗਾ। ਬਹੁਤ ਵਧੀਆ ਗੱਲ ਹੁੰਦੀ ਜੇ ਵਿੱਚੋਂ ਕੁਛ ਨਿਕਲ ਆਵੇ, ਕਿਸੇ ਨੂੰ ਕੁਛ ਸਮਝ ਆ ਜਾਏ। ਇਹ ਅੱਛੀ ਉਹ ਗੱਲ ਹੈ, ਕੋਈ ਬੁਰੀ ਗੱਲ ਨਹੀਂ ਹੈ। ਪਰ ਸਮਾਪਤੀ ਕਰੀਏ, ਕਿਉਂਕਿ ਸੁਣਨ ਵਾਲਿਆਂ ਨੂੰ ਡਿਸਟਰਬੈਂਸ ਹੁੰਦੀ ਹੈ, ਪਤਾ ਲੱਗਦਾ ਹੈ। ਚਲੋ ਇਹਦੇ ਬਾਰੇ ਬਹੁਤਾ ਕੁਛ ਕਹਿਣਾ ਹੀ ਨਹੀਂ ਆਪਾਂ ਨੇ, ਚੁੱਪ ਕਰ ਗਏ ਹਾਂ। ਤੇ ਨਾ ਹੀ ਇਹਦੇ ਤੋਂ ਬਾਅਦ ਕੋਈ ਵਿਚਾਰ ਹੋਰ ਦੇਣੀ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਅਤੇ ਸਨਮਾਨਯੋਗ ਸਾਰੇ ਗਰੁੱਪ ਮੈਂਬਰ ਸਾਹਿਬਾਨ ਅਤੇ ਬਾਹਰ ਬੈਠੀ ਸੰਗਤ ਜੀਓ, ਆਪ ਸਭ ਦੇ ਚਰਨਾਂ 'ਚ ਪ੍ਰਣਾਮ, ਬੇਨਤੀ, ਜੋਦੜੀ। ਅਗਲੀ ਵਿਚਾਰ ਹਾਜ਼ਰ ਹੈ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਹੋਰ ਵਿਚਾਰ।
ਭਾਈ ਮਨਜੀਤ ਸਿੰਘ ਜੀ ਨੇ ਜੋ ਕਿਹਾ ਹੈ ਉਹ ਬਹੁਤ ਸਹੀ ਕਿਹਾ। ਤੋ ਬਾਦਰੇ ਨੇ ਐਦ ਕਰ ਲਿਆ ਵੀ ਇਹਦੇ ਤੇ ਵਿਚਾਰ ਨਹੀਂ ਕਰਨੀ, ਪਰ ਕਿਸੇ ਨੂੰ ਡਿੱਟੋ ਕਰਨਾ ਉਹ ਤਾਂ ਅੱਛੀ ਗੱਲ ਹੈ। ਬਸ ਇੰਨੀ ਓ ਗੱਲ ਹੈ, ਇਹਦੇ ਉੱਤੇ ਵਿਚਾਰ ਹੈ ਹੋਰ ਅਜੇ। ਜਿਹੜੀ ਹਾਹਾ ਲੱਗਦਾ ਨਾ, ਹਾਏ ਨੂੰ ਸਿਆਰੀ ਲੱਗਦੀ ਹੈ ਕਿਰਿਆ ਦੇ ਵਿੱਚ, ਬਈ ਇਹਨੂੰ ਬਿੰਦੀ ਲਾ ਕੇ ਕਿਉਂ ਬੋਲਣਾ, ਪਰ ਉਹ ਹੁਣ ਉਸ ਤੋਂ ਬਾਅਦ ਵਧਾਉਣਾ ਨਹੀਂ, ਕਿਉਂਕਿ ਨਹੀਂ ਤਾਂ ਫਿਰ ਇਹਨੇ ਪਾਣੀ 'ਚ ਮਧਾਣੀ ਹੈ, ਕਿੰਨੀ ਪਾਈ ਜਾਓ ਇਹਨੂੰ। ਚਲੀਏ ਸ਼ੁਰੂ ਕਰੀਏ ਆਪਾਂ। ਔਰ ਇੱਕ ਗੱਲ ਹੋਰ ਕਹਿ ਕੇ ਵੀ ਭਾਈ ਰਣਜੀਤ ਸਿੰਘ ਜੀ ਦੀ ਸੋਚ ਸਿੱਖ ਧਰਮ ਨੂੰ 98% ਇਕੱਠਾ ਕਰ ਸਕਦੀ ਹੈ। ਦੋ ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਦੇ ਆਪਣੇ ਟਾਈਮ ਵਿੱਚ ਵੀ ਪਿਰਥੀਏ ਵਰਗੇ ਮੀਣੇ, ਧੀਰਮਲ ਵਰਗੇ ਰਹੇ ਹੈ, ਉਹਨਾਂ ਦੇ ਘਰ ਵਿੱਚ ਹੀ ਰਹੇ। ਉਹ ਤਾਂ ਹੋ ਨਹੀਂ ਸਕਦਾ ਵੀ ਸਾਰੇ ਇੱਕ ਹੋ ਜਾਣ, ਪਰ 98% ਸੋਚ ਭਾਈ ਰਣਜੀਤ ਸਿੰਘ ਜੀ ਦੀ ਸਹੀ ਕਰ ਸਕਦੀ ਹੈ ਪੰਥ। ਐਸੇ ਗੁਰਮੁਖ ਅਗਰ ਹੋਵੇਂ ਕਿਆ ਬਾਤ ਹੈ, ਕੋਈ ਮਸਲਾ ਰਹਿ ਨਹੀਂ ਸਕਦਾ। ਚਲੀਏ ਸ਼ੁਰੂ ਕਰੀਏ ਆਪਾਂ ਗੁਰਬਾਣੀ ਨੂੰ। ਅਗਲੀ ਪੌੜੀ। ਇੱਕ ਦੂੰ ਜੀਵੋਂ ਲੱਖ ਹੋਵੇਂ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾਪਤ ਪਵੜੀਆਂ ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਸੰਗਤ ਜੀਓ, ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਸਾਰੇ ਜਗਤ ਦੇ ਮਾਲਕ ਫਰਮਾ ਰਹੇ हैं, ਇੱਕ ਦੂੰ ਜੀਭੋਂ ਲੱਖ ਹੋहैं। ਸ਼ਬਦ ਜੀਭੋਂ ਹੀ ਹੈ, ਲੇਕਿਨ ਅਣਭੋਲਪਣੇ 'ਚ ਜੀਭੋਂ ਕਨੌੜਾ ਬਣ ਗਿਆ ਇਹਦਾ। ਪਹਿਲਾਂ ਹੋ ਚੁੱਕੀ ਹੈ ਵਿਚਾਰ। ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਏ, ਲੱਖ ਹੋਵੇ ਲੱਖ 20, ਹੋਰ 20 ਲੱਖ ਹੋ ਜਾਏ, ਲੱਖ ਲੱਖ ਗੇੜਾ ਆਖੀਏ, ਫਿਰ ਉਹਦੇ ਨਾਲ ਲੱਖ ਲੱਖ ਵਾਰੀ ਲੱਖਾਂ ਹੀ ਜੀਭਾਂ ਦੇ ਨਾਲ ਆਪਾਂ ਵਾਰ-ਵਾਰ ਵਾਹਿਗੁਰੂ ਕਹੀਏ, ਜਗਦੀਸ਼ ਕਹੀਏ, ਜਿਵੇਂ ਸ਼ੇਸ਼ਨਾਗ ਕਰ ਰਿਹਾ। ਇਹ ਤਰਾ ਪਤ ਪਵੜੀਆਂ ਚੜੀਏ ਹੋਏ। ਇਹ ਰਾਹ ਦੀਆਂ ਪੌੜੀਆਂ ਭਾਈ ਪਰਮਾਤਮਾ ਦੇ ਦੀਆਂ, ਕਰਨਾ ਹੀ ਚਾਹੀਦਾ। ਇਸ ਤਰ੍ਹਾਂ ਚੜ੍ਹ ਕੇ ਆਪਾਂ ਰੱਬ ਦੇ ਨਾਲ ਇੱਕ ਮਿਕਤਾ ਹਾਸਲ ਕਰ ਸਕਦੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਹੁਣ ਇਸੇ ਖਿਆਲ ਨੂੰ ਹੋਰ ਦਰੁਸਤ ਕਰ ਰਹੇ ਵੀ ਕਿਤੇ ਕੋਈ ਗਲਤਫਹਿਮੀ ਦਾ ਸ਼ਿਕਾਰ ਨਾ ਹੋ ਜਾਏ, ਜਿਵੇਂ ਹੋ ਰਿਹਾ ਜਗਤ, ਬਈ ਆਕਾਸ਼ ਦੀਆਂ ਗੱਲਾਂ ਸੁਣ ਕੇ, ਦਸਮ ਦੁਆਰ ਦੀਆਂ ਗੱਲਾਂ ਸੁਣ ਕੇ ਜਿਹੜੇ ਛੋਟੇ ਜੀਵ ਹੈ ਉਹਨਾਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਅਸੀਂ ਵੀ ਇਹੀ ਅਵਸਥਾ ਹਾਸਲ ਕਰ ਲਈਏ। ਸੰਤਾਂ ਦੀ ਗੱਲ ਹੈ, ਸੰਤਾਂ ਵਾਲੀ ਪਦਵੀ ਪਾ ਲਈਏ, ਪਰਮ ਪਦ ਪਾ ਲਈਏ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਗੁਰੂ ਨਾਨਕ ਪਾਤਸ਼ਾਹ ਸੰਬੋਧਨ ਕਰਦੇ ਆਪਣੇ ਆਪ ਨੂੰ, ਇਹ ਨਾਨਕ ਉਹਨੇ ਨਦਰ ਨਾਲ ਮਿਲਣਾ। ਇਹ ਝੂਠਿਆਂ ਦੀਆਂ ਝੂਠੀਆਂ ਗੱਪਾਂ ਹੈ ਵੀ ਇੱਕ ਮਿਲ ਜੂਗਾ। ਹੁਣ ਦੇਖੋ ਇਹ ਗੱਲਾਂ ਦੇ ਵਿੱਚ ਕਿਆ ਵਜਨ ਹੈ, ਕਿਆ ਮਹਾਰਾਜ ਨੇ ਗੱਲ ਰੱਖ ਦਿੱਤੀ ਹੈ। ਇੱਕ ਪਾਸੇ ਕਹਿ ਰਹੇ ਹੈ ਵੀ ਜਪਣਾ ਲਾਜ਼ਮੀ ਹੈ, ਜਪਣ ਤੋਂ ਬਿਨਾਂ ਨਹੀਂ ਇਹ ਚੀਜ਼ ਪ੍ਰਾਪਤ ਹੋਣੀ। ਦੂਜੇ ਪਾਸੇ ਇਹ ਵੀ ਕਹਿ ਦਿੱਤਾ ਵੀ ਜਿੰਨਾ ਮਰਜ਼ੀ ਜਪ ਲਿਓ, ਇੱਕ ਨਹੀਂ ਮਿਲਣਾ ਭਾਈ, ਇਹ ਤੁਹਾਡੀਆਂ ਝੂਠਿਆਂ ਦੀਆਂ ਝੂਠੀਆਂ ਗੱਪਾਂ ਹੈ। ਇਹਦੇ ਵਿੱਚ ਗੱਲ ਕਿਤੇ ਨਾ ਕਿਤੇ ਹੈ, ਉਹ ਇਨ ਬਿਟਵੀਨ ਵਾਲੀ ਗੱਲ ਹੈ। ਜਦੋਂ ਬੰਦਾ ਆਪਣੇ ਜ਼ੋਰ ਨਾਲ ਵਾਹਿਗੁਰੂ ਵਾਹਿਗੁਰੂ ਕਰਕੇ, ਰਾਮ ਰਾਮ ਕਰਕੇ ਰੱਬ ਨੂੰ ਪਾਉਣਾ ਚਾਹੇ, ਉੱਥੇ ਗੁਰੂ ਨਾਨਕ ਸਾਹਿਬ ਫਲੈਟਲੀ ਨੋ ਕਹਿ ਰਹੇ, ਬਿਲਕੁਲ ਨਹੀਂ ਹੋ ਸਕਦਾ ਇਸ ਤਰ੍ਹਾਂ। ਕਰਨਾ ਹੈ, ਇਹ ਨਹੀਂ ਵੀ ਨਹੀਂ ਕਰਨਾ। ਮਿਸ਼ਨਰੀ ਵਿਦਵਾਨ ਕਈ ਇੱਥੋਂ ਦੂਜਾ ਪਾਸਾ ਹੀ ਲੈ ਲੈਂਦੇ ਵੀ ਲੋੜ ਹੀ ਨਹੀਂ ਕਰਨ ਦੀ, ਗੁਰੂ ਨਾਨਕ ਸਾਹਿਬ ਰੋਕ ਰਹੇ। ਨਹੀਂ, ਰੋਕ ਨਹੀਂ ਰਹੇ। ਉਹ ਕਹਿ ਰਹੇ ਵੀ ਕਰਨਾ ਤਾਂ ਇਸ ਤਰ੍ਹਾਂ ਹੀ ਹੈ, ਜਪਣਾ ਤਾਂ ਹੈਗਾ ਹੀ ਹੈ। ਜਪਣੇ ਦਾ ਕੋਈ ਦੂਜਾ ਕੋਈ ਰਾਹ ਹੋਰ ਹੈ ਹੀ ਨਹੀਂ ਜਪਣੇ ਤੋਂ ਬਿਨਾਂ, ਇਹਦਾ ਕੋਈ ਆਲਟਰਨੇਟਿਵ ਹੈ ਨਹੀਂ। ਲੇਕਿਨ ਨਾਲ ਇਹ ਗੱਲ ਦਾ ਖਿਆਲ ਰੱਖਣਾ ਵੀ ਕਿਤੇ ਹੁਣ ਇਹ ਸਮਝ ਲਓ ਵੀ ਅਸੀਂ ਜਪਣ ਲੱਗ ਪਏ ਤੇ ਅਸੀਂ ਹੁਣ ਦਸਮ ਦੁਆਰ 'ਚ ਪਹੁੰਚ ਜਾਵਾਂਗੇ, ਆਕਾਸ਼ 'ਚ ਪਹੁੰਚ ਜਾਵਾਂਗੇ। ਉਹ ਗੱਲ ਨਹੀਂ ਭਾਈ ਹੈ, ਉਹ ਆਪਣੇ ਆਪ ਤੇ ਨਹੀਂ ਹੋਣਾ ਹੈ, ਉਹ ਤਾਂ ਨਜ਼ਰ ਤੇ ਹੀ ਡਿਪੈਂਡ ਕਰਦਾ। ਜੇ ਉਹਦੀ ਨਜ਼ਰ ਸਾਡੇ ਤੇ ਪੈ ਜਾਏ, ਕਰਨਾ ਹੈਗਾ, ਫਿਰ ਇੱਕ ਵਾਰ ਦੱਸ ਰਿਹਾ ਗੱਲ ਨੂੰ ਬਾਰ-ਬਾਰ ਕਹਿ ਰਿਹਾ। ਪਰ ਉਹਦੇ ਵਿੱਚ ਇਹ ਨਹੀਂ ਹੈ ਵੀ ਅਸੀਂ ਪਾ ਲਾਂਗੇ,
ਮੈਂ ਵੱਲੋਂ ਨਹੀਂ ਚੱਲਣਾ, ਇਹਨੇ ਤੂੰ ਵੱਲੋਂ ਚੱਲਣਾ ਗੱਲ ਨੇ। ਨਹੀਂ ਫਿਰ ਉਹ ਗੱਪ ਹੈ ਬਈ ਜਿਵੇਂ ਕੀਟਾਂ ਨੂੰ ਰੀਸ ਆ ਜਾਂਦੀ ਹੈ ਵੀ ਅਸੀਂ ਵੀ ਕਾਸ਼ ਚੋੜੀਏ ਪੰਛੀਆਂ ਦੀ ਤਰ੍ਹਾਂ, ਔਰ ਪੰਛੀ ਜਦੇ ਖਾ ਜਾਂਦੇ ਉਹਨਾਂ ਨੂੰ। ਫਿਰ ਸੋ ਜਪਣਾ ਹੈ, ਹਜ਼ਾਰਾਂ ਲੱਖਾਂ ਕਰੋੜਾਂ ਵਾਰ ਜਪਣਾ ਹੈ, ਸਵਾਸ ਸਵਾਸ ਜਪਣਾ ਹੈ। ਇਹਦੇ ਬਾਰੇ 'ਚ ਕੋਈ ਦੂਜੀ ਗੱਲ ਹੈ ਹੀ ਨਹੀਂ ਹੈ। ਲੇਕਿਨ ਇਹ ਜ਼ਰੂਰ ਰੱਖਣਾ ਵੀ ਜੇ ਅਸੀਂ ਜਪਣ ਲੱਗ ਗਏ ਨਾ ਆਪਣੇ ਆਪ ਤੋਂ, ਸਾਡੇ ਮਨ 'ਚ ਹੋਵੇ ਵੀ ਅਸੀਂ ਉਹਨੂੰ ਪਾ ਲਾਂਗੇ, ਇਹ ਗੱਲ ਗਲਤ ਹੈ। ਪਾ ਉਹਨੇ ਉਹਦੀ ਨਜ਼ਰ ਨਾਲ ਹੋਣਾ ਹੈ। ਜਪਣਾ ਭਾਵੇਂ ਅਸੀਂ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਇੱਥੇ ਉਹ ਗੁਰਬਾਣੀ ਦਾ ਫਲਸਫਾ ਸਾਰਾ ਹੀ ਆ ਜਾਂਦਾ ਵਿੱਚ ਵੀ ਸ਼ੇਸ਼ਨਾਗ ਨੂੰ ਕਾਹਤੇ ਨਾ ਮਿਲਿਆ ਹੁਣ ਤੇ ਹਜ਼ਾਰ ਜੀਵ ਨਾਲ ਰੋਜ਼ ਰੱਬ ਦਾ ਨਾਂ ਨਵਾਂ ਰੱਖ ਕੇ ਧਿਆਉਂਦਾ। ਦੇਵਤਿਆਂ ਨੂੰ ਕਾਹਤੇ ਨਹੀਂ ਪ੍ਰਾਪਤੀ ਹੋਈ, ਸ਼ਿਵ ਜੀ ਹਰ ਵਕਤ ਉਹਦੇ ਲੀਨ ਰਹਿੰਦਾ ਹੈ, ਜਪ ਵਿੱਚ ਕਹਿ ਲਓ ਚਾਹੇ ਸਿਮਰਨ 'ਚ ਕਹਿ ਲਓ, ਫਿਰ ਵੀ ਪ੍ਰਾਪਤੀ ਨਹੀਂ ਹੋਈ। ਕਾਹਤੇ ਨਹੀਂ ਹੋ ਰਹੀ? ਕਿਉਂਕਿ ਜਿਹੜੀ ਦਿਸ਼ਾ ਉਹ ਸਹੀ ਨਹੀਂ ਹੈ। ਦਿਸ਼ਾ ਇਹ ਹੋਣੀ ਚਾਹੀਦੀ ਹੈ ਵੀ ਤੈਂ ਕਿਰਪਾ ਕਰਨੀ, ਮੇਰਾ ਆਪਣਾ ਉਦਮ ਕੁਛ ਨਹੀਂ ਹੈ ਇਹਦੇ 'ਚ, ਜੋ ਹੈ ਉਹ ਵੀ ਤੂੰ ਹੀ ਕਰਵਾ ਰਿਹਾ, ਮੇਰਾ ਕੁਛ ਨਹੀਂ ਹੈ। ਸਿਰਫ ਦਿਸ਼ਾ ਦਾ ਅੰਤਰ। ਦਸ਼ਾ ਬਹੁਤ ਹੈ, ਦਸ਼ਾ ਸ਼ੇਸ਼ਨਾਗ ਜਿਹੜਾ ਸਦੀਆਂ ਤੇ ਕਰ ਰਿਹਾ ਲੱਖਾਂ ਹੀ ਜੀਭਾਂ ਦੇ ਨਾਲ, ਹਜ਼ਾਰਾਂ ਜੀਭਾਂ ਨਾਲ, ਉਹਦਾ ਕੋਈ ਥੋੜਾ ਉਦਮ ਨਹੀਂ ਹੈ। ਪਰ ਇਹ ਉਦਮ ਵੀ ਸਫਲਾ ਨਹੀਂ ਹੈ ਜੇ ਨਜ਼ਰ ਨਹੀਂ ਪੈਂਦੀ ਤਾਂ। ਇਹ ਵਿਚਾਰ ਦੱਸੀ ਹੋਈ ਹੈ। ਇਹ ਇਸੇ ਵਿਚਾਰ ਦੇ ਤਹਿਤ ਵੀ ਜਪੋ ਬਹੁਤ ਸਾਰੇ ਦਾਸ ਨੇ ਦੇਖੇ ਐਸੇ, ਕਈ ਸਾਧ ਲੋਕ ਵੀ ਜਿਹੜੇ ਮੰਗਣ ਵੀ ਆਉਂਦੇ ਹੁੰਦੇ, ਅਲੱਖ 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 ਨਾਉ ਖੜਦੇ, ਪੈਰ ਵੀ ਹਿਲਾਈ ਜਾਂਦੇ ਤੇ ਇੱਕੋ ਸ਼ਬਦ ਇੱਕਣ ਬੋਲੀ ਜਾਂਦੇ। ਉਹ ਜਿਹੜੇ ਇੱਕ ਸ਼ਬਦੀ ਹੈ ਉਹਨਾਂ ਦਾ ਵੀ ਖੰਡਨ ਕਰਿਆ ਬਾਬੇ ਕਬੀਰ ਜੀ ਨੇ ਬਾਣੀ 'ਚ। ਨਾਦੀ ਬੇਦੀ ਸ਼ਬਦੀ ਮੋਹਨੀ ਜਮ ਕੇ ਪਟੇ ਲਿਖਾਇਆ। ਉਹ ਵੀ ਭਾਈ ਜਮਾਂ ਦੇ ਪਟੇ ਦੇ ਵਿੱਚ ਹੈ, ਜਮਾਂ ਦੀ ਮਾਰ ਵਿੱਚ ਹੈ, ਜਿਹੜੇ ਇੱਕ ਸ਼ਬਦ ਪਰ ਇੱਕਣ ਕਰਦੇ। ਸ਼ਬਦ ਇੱਕ ਪਰੇ ਆਉਣਾ ਹੈ, ਫਿਰ ਦੁਬਾਰਾ ਬੇਨਤੀ। ਗੁਰਬਾਣੀ ਸਾਰੀ ਪੜ੍ਹ ਕੇ ਇੱਕ ਹੀ ਸ਼ਬਦ ਪਰ ਬੰਦਾ ਆ ਕੇ ਖੜਦਾ ਹੈ, ਵਾਹਿਗੁਰੂ ਪਰ। ਉੱਥੇ ਫਿਰ ਸਭ ਵਿਆਕਰਨ, ਸਾਰੇ ਰਾਗ, ਸਭ ਕੁਝ ਪਿੱਛੇ ਹਟ ਜਾਂਦਾ, ਕੇਵਲ ਤੂੰ ਹੀ ਵਾਹਿਗੁਰੂ 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 ਇੱਥੇ ਆ ਕੇ ਖੜ ਜਾਂਦਾ। ਪਰ ਜਿਹਨੇ ਸਿਰਫ ਸਿੰਪਲੀ ਉਹ ਆਪਣਾ ਮਨ ਬਦਲਿਆ ਨਹੀਂ, ਦਿਸ਼ਾ ਸਹੀ ਨਹੀਂ ਕਰੀ, ਉਹ ਇੱਕ ਸ਼ਬਦ ਜਪਣ ਲੱਗ ਪਏ, ਉਹਨਾਂ ਦੀ ਕੋਈ ਮਹਿਮਾ ਨਹੀਂ ਗੁਰਬਾਣੀ ਨੇ ਗਾਈ। ਉਹਨਾਂ ਪਰ ਉਸੇ ਤਰ੍ਹਾਂ ਜਮਾਂ ਦੀ ਮਾਰ ਪੈਣੀ ਪਾਈ ਜਿਵੇਂ ਹੋਰਾਂ ਪਰ ਪੈਣੀ। ਇਹ ਇੱਕ ਗੱਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਇੰਨੀਆਂ ਡੂੰਘਾਈਆਂ ਹੈ, ਬਾਣੀ ਦੀਆਂ ਇੰਨੀਆਂ ਡੂੰਘਾਈਆਂ ਹੈ ਬਈ ਬੰਦਾ ਹੈਰਾਨ ਹੋ ਜਾਂਦਾ। ਜੇ ਕੋਈ ਇਸ ਤਰ੍ਹਾਂ ਦਾ ਕੋਈ ਨਿਯਮ ਬਣਾਉਣਾ ਚਾਹੇ ਵੀ ਇਹੀ ਨਿਯਮ ਹੈ, ਉਹ ਨਹੀਂ, ਉਸ ਤਰ੍ਹਾਂ ਨਹੀਂ ਹੁੰਦਾ। ਇਹ ਇਨਵਿਟਵੀਨ ਮਾਰ ਗਏ। ਕਹਿਣਾ ਵੀ ਹੈ ਹਜ਼ਾਰਾਂ ਹੀ ਵਾਰ, ਲੱਖਾਂ ਹੀ ਕਰੋੜਾਂ ਹੀ ਵਾਰ, ਪਰ ਨਾਲ ਇਹ ਵੀ ਖਿਆਲ ਰੱਖਣਾ ਵੀ ਮੇਰੇ ਘਰੇ ਤੇ ਕੁਛ ਨਹੀਂ ਹੋਣਾ। ਕਰਦੇ ਕਿਰਪਾ, ਆ ਜਾ, ਬੇਸ਼ੱਕ ਤੂੰ ਅੰਦਰੇ ਹੈ, ਪ੍ਰਗਟ ਹੋ ਜਾ। ਇਹ ਬਾਤ ਹੈ। ਤੋ ਸਾਧ ਸੰਗਤ ਜੀ ਦਿਓ ਆਗਿਆ, ਕਿਉਂਕਿ ਗੁਰਬਾਣੀ ਅਥਾਹ ਸਾਗਰ ਹੈ। ਇਹਦੀ ਬਿਆਨਬਾਜ਼ੀ ਜਾਂ ਇਹਦੀ ਜਿਹੜੀ ਵਿਚਾਰ ਹੈ ਉਹ ਤੁੱਛ ਬੁੱਧੀ ਅਨੁਸਾਰ ਹੀ ਹੁੰਦੀ ਹੈ। ਗੁਰੂ ਦੇ ਪਿੱਛੇ ਚੱਲ ਕੇ, ਦਾਨਿਆਂ ਦੇ ਪਿੱਛੇ ਚੱਲ ਕੇ ਫੇਰ ਵੀ ਕਿੰਨੀ ਕੁ ਹੁੰਦੀ ਹੈ, ਇਹਦੇ ਪਰ ਵੀ ਕੋਈ ਮੋਹਰ ਨਹੀਂ ਹੈ। ਉਹੀ ਜਾਣਦਾ ਜਿੰਨੀ ਕੁ ਸਹੀ ਹੈ, ਕਿੰਨੀ ਕੁ ਨਹੀਂ ਹੈ। ਹਾਂ, ਕਰਨੀ ਬਣਦੀ ਹੈ, ਸਿੱਖ ਨੂੰ ਗੁਰਬਾਣੀ ਦੀ ਵਿਚਾਰ ਕਰਨੀ ਬਣਦੀ ਹੈ, ਦੂਜਿਆਂ ਨਾਲ ਸਾਂਝੀ ਕਰਨੀ ਵੀ ਬਣਦੀ ਹੈ। ਪਰ ਉਹ ਕਿੰਨੀ ਕੁ ਸਹੀ ਹੈ, ਕਿੰਨੀ ਕੁ ਨਹੀਂ ਹੈ, ਇਹ ਕੇਵਲ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ। ਔਰ ਜੇ ਸਹੀ ਨਹੀਂ ਵੀ ਹੋਊ ਤਾਂ ਵੀ ਮਾਫੀ ਦੇ ਯੋਗ ਹੁੰਦੀ ਹੈ, ਕਿਉਂਕਿ ਜਦ ਬੰਦਾ ਇਹ ਗੱਲ ਸੋਚ ਰਿਹਾ, ਕਰ ਰਿਹਾ ਵੀ ਮੇਰਾ ਇਹਦੇ 'ਚ ਕੋਈ ਜ਼ੋਰੇ ਨਹੀਂ ਹੈ, ਮੈਂ ਕਰ ਵੀ ਕਹਿ ਸਕਦਾ, ਮਹਾਰਾਜ ਤੂੰ ਹੀ ਕਰਾ ਰਿਹਾ। ਜਿਹੜਾ ਇਨੋਸੈਂਸ ਦੇ ਵਿੱਚ ਕੋਈ ਵੀ ਗੁਨਾਹ ਵੀ ਚਾਹੇ ਹੋ ਜਾਏ, ਉਹ ਵੀ ਮਾਫ ਹੋ ਜਾਂਦਾ। ਜਾਂ ਹੋਏ ਗੁਨਾਹ ਦੀ ਜੇ ਬੰਦਾ ਭੁੱਲ ਸਵੀਕਾਰ ਕਰ ਲਵੇ, ਉਹ ਵੀ ਮਾਫ ਹੋ ਜਾਂਦਾ। ਇਹ ਗੁਰਮਤਿ ਦੇ ਅਸੂਲ ਹੈ। ਹਾਲਾਂਕਿ ਦੁਨੀਆ ਦੇ ਅਸੂਲ ਇਹ ਵੀ ਜਿਹਨੇ ਗੁਨਾਹ ਕਰਿਆ ਉਹਨੂੰ ਸਜ਼ਾ ਲਾਓ। ਸਜ਼ਾ ਵੀ ਬੜੀ ਕਠੋਰ ਹੁੰਦੀ ਹੈ ਦੁਨਿਆਵੀ। ਅਕਾਲ ਤਖ਼ਤ ਸਾਹਿਬ ਕਾਹਤੇ ਮਾਫ ਕਰ ਦਿੰਦੇ ਲੋਕਾਂ ਨੂੰ? ਇਸੇ ਕਰਕੇ ਵੀ ਬੰਦੇ ਦੇ ਵਸੇ ਨਹੀਂ ਹੈ। ਗਲਤੀ ਹੋ ਗਈ, ਮਾਫੀ ਮੰਗ ਲਈ, ਚਲੋ ਜਾ ਬਈ। ਉਹਨੂੰ ਵੀ ਜਿਹੜੀ ਸਜ਼ਾ ਵੀ ਲਾਈ ਜਾਂਦੀ ਉਹਨੂੰ ਸੇਵਾ ਕਿਹਾ ਜਾਂਦਾ, ਸਜ਼ਾ ਨਹੀਂ ਹੁੰਦੀ। ਉਹ ਸਧਾਰਨ ਖਾਤਰ ਜਿਹੜੀ ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਸਜ਼ਾ ਲੱਗਦੀ ਹੈ, ਉਹ ਸੇਵਾ ਦਾ ਰੂਪ ਹੁੰਦੀ ਹੈ। ਉਹ ਬੰਦੇ ਨੂੰ ਸਧਾਰਨ ਖਾਤਰ ਹੁੰਦੀ ਹੈ, ਨਾ ਕਿ ਉਹਨੂੰ ਤੰਗ ਕਰਨ ਖਾਤਰ, ਜਿਵੇਂ ਜੇਲ੍ਹਾਂ 'ਚ ਬੰਦ ਕਰ ਦਿੰਦੇ ਕਾਨੂੰਨ ਦੁਨਿਆਵੀ ਜਿਹੜੇ ਕਾਨੂੰਨ ਨੇ।
तो देव आज्ञा, आप जी सारे ज्ञाता हैं, जानकार हैं। ਇਹ ਗੱਲ ਜੁਦੀ ਹੈ ਵੀ ਹਰ ਇੱਕ ਨੇ, ਕਿਸੇ ਨੇ ਕਿਧਰੋਂ ਲਿਆ ਹੋਇਆ, ਕਿਸੇ ਨੇ ਕਿਧਰੋਂ ਲਿਆ ਹੋਇਆ ਗੁਰਬਾਣੀ ਦਾ ਕਿਣਕਾ। ਇਹ ਦਰਖਤ ਹੈ, ਇਹ ਦਰਖਤ ਨੂੰ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਹੋਏ। ਕਿਤੇ ਇਸ ਦਰਖਤ ਨੂੰ ਭਾਈ ਮਨੀ ਸਿੰਘ ਜੀ ਵਰਗੇ ਫੁੱਲ, ਭਾਈ ਤਾਰੂ ਸਿੰਘ ਜੀ ਵਰਗੇ ਫੁੱਲ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗੇ ਫੁੱਲ। ਕਿਤੇ ਇਸੇ ਦਰਖਤ ਨੂੰ ਹੋਰ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਟਕਸਾਲ ਵਾਲੇ, ਕਿਤੇ ਰਾਮਪੁਰ ਖੇੜੇ ਵਾਲੇ, ਕਿਤੇ ਨਥਲਪੁਰ ਵਾਲੇ, ਕਿਤੇ ਹੋਰ ਕਿੰਨੇ ਹੀ ਹੈ ਫੁੱਲ ਲੱਗੇ। ਸਾਰੇ ਆਪਣੀ ਆਪਣੀ ਖੁਸ਼ਬੂ ਖੰਡਾ ਕੇ ਗਏ, ਖਿਲਾਰ ਕੇ ਗਏ। ਸੋ ਇਹਨਾਂ ਬਾਰੇ 'ਚ ਕੋਈ ਵੀ ਝਗੜਾ ਕਰਨਾ ਇਹ ਸਾਡੀ ਖਾਮ ਖਿਆਲੀਅਤ ਹੈ, ਖਾਮ ਖਿਆਲੀ ਹੈ। ਸਾਰੇ ਸਤਿਕਾਰ ਦੇ ਪਾਤਰ ਨੇ। ਗਿਆਨ ਅਲੱਗ ਅਲੱਗ ਹੋ ਸਕਦਾ ਹੈ, ਕੋਈ ਬੜੀ ਗੱਲ ਨਹੀਂ, ਕਿਉਂਕਿ ਆਫਟਰ ਆਲ ਬੜਾ ਤਾਂ ਗੁਰੂ ਹੈ ਨਾ, ਕੋਈ ਬੰਦਾ ਵਿਸ਼ੇਸ਼, ਵਿਅਕਤੀ ਵਿਸ਼ੇਸ਼ ਬੜਾ ਨਹੀਂ ਹੈ। ਹਾਂ, ਜਿਹਨੇ ਵੀ ਆਨੰਦ ਲਿਆ ਹੈ, ਆਨੰਦ ਪਾਇਆ ਹੈ, ਪਰਮਾਤਮਾ ਦੀ ਪ੍ਰਾਪਤੀ ਕਰੀ ਹੈ, ਉਹ ਮੁਬਾਰਕ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਮੈਂਬਰ ਸਾਹਿਬਾਨ ਦੇ ਚਰਨਾਂ 'ਚ ਬੰਦਨਾ, ਪ੍ਰਣਾਮ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਇ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਇ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ, ਜਗਤ ਦੇ ਮਾਲਕ, ਦੀਨ ਦੁਨੀ ਦੇ ਮਾਲਕ। ਆਖਣ ਜੋਰ ਚੁੱਪੈ ਨਹਿ ਜੋਰ, ਫਰਮਾਉਂਦੇ ਆ ਨਾ ਤਾਂ ਸਾਡੇ ਬੋਲਣ ਪਰ ਸਾਡਾ ਜ਼ੋਰ ਹੈ, ਨਾ ਚੁੱਪ ਰਹਿਣ ਪਰ ਜ਼ੋਰ ਹੈ। ਸਾਰਾ ਕੁਛ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ ਗੁਰੂ ਨੂੰ ਜਾਂ ਪਰਮਾਤਮਾ, ਇਹ ਸਮਝਦੇ ਹੋਏ ਵੀ ਸਾਡੇ ਬਾਅਦ 'ਚ ਕੁਛ ਹੈ ਹੀ ਨਹੀਂ। ਜੋ ਅਸੀਂ ਬੋਲਦੇ ਹਾਂ ਉਹ ਵੀ ਸਾਡੇ ਬਾਅਦ 'ਚ ਨਹੀਂ, ਜੋ ਚੁੱਪ ਕਰਦੇ ਹਾਂ ਤਾਂ ਉਹ ਵੀ ਸਾਡੇ ਬਾਅਦ 'ਚ ਨਹੀਂ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਨਾ ਮੰਗਣੇ ਵਿੱਚ ਜ਼ੋਰ ਚੱਲਦਾ, ਨਾ ਦੇਣੇ 'ਚ ਜ਼ੋਰ ਚੱਲਦਾ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਨਾ ਜਿਉਣ ਪਰ ਜ਼ੋਰ ਹੈ, ਨਾ ਮਰਨ ਪਰ ਜ਼ੋਰ ਹੈ। ਜ਼ੋਰ ਨਾ ਰਾਜ ਮਾਲ ਮਨ ਸੋਰ, ਜਿਹੜਾ ਰਾਜ ਕਰਨਾ ਹੈ ਜਾਂ ਮਾਲ ਧਨ ਸਾਡੇ ਕੋਲ ਹੁੰਦਾ ਹੈ, ਉਹਦੇ ਪਰ ਵੀ ਸਾਡਾ ਕੋਈ ਜ਼ੋਰ ਨਹੀਂ ਹੁੰਦਾ। ਇਹ ਮਨ ਦੇ ਵਿੱਚ ਸ਼ੋਰ ਪੈਦਾ ਕਰਦੇ ਆ ਜਿਹੜੇ ਰਾਜ ਕਰਨਾ ਜਾਂ ਮਾਲ ਧਨ ਹੈ ਜਿਹੜਾ, ਇਹਨਾਂ ਦਾ ਮਨ ਵਿੱਚ ਸ਼ੋਰ ਇਹ ਪੈਦਾ ਕਰਦੇ, ਪਰ ਇਹਦੇ ਉੱਤੇ ਸਾਡਾ ਜ਼ੋਰ ਕੋਈ ਨਹੀਂ। ਦਾਨੰ ਪਰਾ ਪੂਰਵੇਣ ਭੁਚੰਤੇ ਮਹੀਪਤੇ, ਜਿਹੜੇ ਰਾਜੇ ਹੈ ਗੁਰਬਾਣੀ 'ਚ ਤੁਕ ਆਉਂਦੀ ਹੈ ਵੀ ਇਹ ਪਿਛਲੇ ਜਨਮਾਂ ਦਾ ਖੱਟਿਆ ਖਾਂਦੇ ਆ, ਪਹਿਲਾਂ ਜਿਹੜਾ ਕੁਛ ਇਹਨਾਂ ਨੇ ਕਰਿਆ ਵਾ ਹੁੰਦਾ ਚੰਗਾ ਰਾਜ। ਤਬ ਤੋਂ ਰਾਜ, ਰਾਜ ਤੋਂ ਨਰਕ, ਆਮ ਕਹਾਵਤ ਵੀ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤ ਪਰ ਗਿਆਨ ਪਰ ਵਿਚਾਰ ਕਰਨੇ ਪਰ ਇਹਨਾਂ ਪਰ ਵੀ ਕੋਈ ਜ਼ੋਰ ਨਹੀਂ ਹੈ ਕਿਸੇ ਦਾ। ਜੋਰ ਨਾ ਜੁਗਤੀ ਛੁਟੈ ਸੰਸਾਰ, ਸੰਸਾਰ ਤੋਂ ਕਿਵੇਂ ਛੁੱਟਣਾ ਇਹਦੀ ਜੁਗਤੀ ਕਿਆ ਹੈ, ਇਹਦੇ ਪਰ ਵੀ ਕੋਈ ਜ਼ੋਰ ਨਹੀਂ ਚੱਲਦਾ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਹਦੇ ਹੱਥ ਵਿੱਚ ਜ਼ੋਰ ਹੈ ਉਹੀ ਇਹਨੂੰ ਦੇਖਦਾ ਹੈ, ਬਣਾਉਂਦਾ, ਕਰਦਾ ਹੈ, ਆ ਵੇਖਦਾ ਹੈ। ਉੱਤਮ ਨੀਚ ਕੋਈ ਨਹੀਂ ਹੈ ਦੁਨੀਆ 'ਚ, ਉਹਨੇ ਸਭ ਆਪਣੇ ਪੁੱਤਰ ਬਣਾਏ, ਚਾਹੇ ਮਨੂ ਸਿਮਰਤੀ ਨੇ ਬਣਾਤੇ, ਚਾਹੇ ਸਾਡੇ ਮਨਾਂ 'ਚ ਜਿਵੇਂ ਵੀ ਹੈ, ਅਸੀਂ ਉੱਤਮ ਨੀਚ ਬਣੇ ਪਏ ਹਾਂ। ਆਪਣੇ ਗੋਤ ਲਗਾਉਣੇ ਨਾਲ ਤੋ ਆਪਣੇ ਆਪ ਨੂੰ ਉੱਚਾ ਸਮਝਦੇ ਹੈ, ਕਿਸੇ ਨੂੰ ਨੀਵਾਂ ਵੀ ਸਮਝਦੇ ਹੈ। ਇਹ ਸਾਰਾ ਸਾਡਾ ਖਿਆਲ ਹੈ। ਇਹ ਡੌਲਾਂ ਜਿਹੜੀਆਂ ਬਣਾਈਆਂ ਹੈ ਇਹ ਮਨੁੱਖ ਨੇ ਬਣਾਈਆਂ, ਪਰਮਾਤਮਾ ਨੇ ਨਹੀਂ ਬਣਾਈਆਂ। ਉਹਦੇ ਘਰ 'ਚ ਸਾਰੇ ਇੱਕ ਜਿਹੇ ਹੈ। ਬਲਕਿ ਜਿਹਨੂੰ ਅਸੀਂ ਚੰਡਾਲ ਕਹਿੰਦੇ ਹੋਈਏ, ਵਾਂਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ।
ਉਹ ਭਾਈ ਉਹ ਚੰਗੇ ਬਣਨੇ ਵਾਲਿਆਂ ਨਾਲੋਂ ਤਾਂ ਉਹ ਚੰਡਾਲ ਵੀ ਚੰਗਾ ਜਿਹਦੇ ਮਨ 'ਚ ਪਰਮਾਤਮਾ ਵੱਸ ਜਾਏ। ਉੱਥੇ ਦੇ ਤਾਂ ਨਿਯਮ ਹੀ ਹੋਰ ਹੈ। ਉੱਥੇ ਉੱਤਮ ਹੈ ਹੀ ਉਹੀ ਹੈ ਜਿਹਦੇ ਅੰਦਰ ਨਾਮ ਵਸ ਗਿਆ, ਦੂਜਾ ਕੋਈ ਨਹੀਂ ਹੈ। ਚਾਹੇ ਉਹ ਪੰਡਤ ਹੈ, ਚਾਹੇ ਜੱਟ ਹੈ, ਚਾਹੇ ਕੋਈ ਵੀ ਹੈ, ਉਹ ਉੱਤਮ ਨਹੀਂ ਹੈ। ਔਰ ਇਹ ਸਾਰਾ ਕੁਝ ਉਹਦੇ ਹੱਥ 'ਚ ਹੈ। ਹੁਣ ਇਹ ਤੁਕ ਨੂੰ ਦੱਸ ਰਹੇ ਨੇ, ਇੱਕ ਵਾਰ ਪਹਿਲਾਂ ਵੀ ਵਿਆਖਿਆ ਕਰੇ ਸੀ ਵੀ ਕੋਈ ਪੁਰਸ਼ ਇਹ ਵੀ ਕਹਿ ਰਿਹਾ ਸੀਗਾ ਵੀ ਜਿਹਦੇ ਹੱਥ ਵਿੱਚ ਜ਼ੋਰ ਹੁੰਦਾ ਉਹ ਆਪਣਾ ਚਲਾਈ ਜਾਂਦਾ। ਦੁਨਿਆਵੀ ਗੱਲ ਕਰ ਰਹੇ ਸੀ, ਜਿਵੇਂ ਕੋਈ ਰਾਜਾ ਹੁੰਦਾ ਜਾਂ ਜ਼ੋਰ ਵਾਲਾ ਬੰਦਾ ਹੁੰਦਾ ਉਹ ਆਪਣੀ ਗੱਲ ਨੂੰ ਚਲਾ ਜਾਂਦਾ। ਉਹ ਗੱਲ ਨਹੀਂ ਹੈ ਉਰੇ। ਜ਼ੋਰ ਜੋ ਕੁਛ ਉਹ ਕਰ ਰਿਹਾ ਹੁੰਦਾ ਰਾਜਾ ਵੀ, ਉਹ ਵੀ ਉਹਦੇ ਵੱਸ 'ਚ ਨਹੀਂ ਹੁੰਦਾ, ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਜਿਸ ਆਪ ਭੁਲਾਏ, ਬੁੱਝੇ ਜਿਸੇ ਬੁਝਾਈ। ਕੋਈ ਜਾਣ ਕੇ ਭੁੱਲਦਾ ਵੀ ਨਹੀਂ ਹੈ, ਭੁੱਲਦਾ ਉਹੀ ਹੈ ਜਿਹਨੂੰ ਉਹ ਆਪ ਭੁਲਾਉਂਦਾ ਹੈ। ਇਹ ਰਸਤੇ ਤੋਂ ਭਟਕ ਜਾਂਦਾ ਹੈ ਨਾਮ ਵਾਲੇ ਤੋਂ। ਬੁੱਝੇ ਜਿਸੇ ਬੁਝਾਈ, ਜਿਹਨੂੰ ਸੋਝੀ ਦੇ ਦਿੰਦਾ ਉਹ ਇਸ ਨਾਮ ਦੇ ਰਸਤੇ ਤੋਂ ਤੁਰ ਪੈਂਦਾ। ਸਾਰਾ ਬਨਾਰਸ ਕਿਆ ਕਰ ਰਿਹਾ ਸੀ? ਭੁੱਲ ਵਿੱਚ ਹੋ ਰਿਹਾ ਸੀ। ਭੁੱਲ ਵਿੱਚ ਹੋ ਰਿਹਾ ਸੀ ਜੋ ਕੁਛ ਵੀ ਅੱਜ ਕੱਲ੍ਹ ਵੀ ਉਹੀ ਕੁਛ ਹੈ। ਬੁੱਝ ਕੌਣ ਰਿਹਾ ਸੀ? ਬਾਬਾ ਕਬੀਰ ਜੀ ਔਰ ਬਾਬਾ ਰਵਿਦਾਸ ਜੀ, ਰਾਮਾਨੰਦ ਜੀ। ਚਲੋ ਇਹ ਤਾਂ ਸੀ ਬਹੁਤ ਉੱਚੇ ਪਾਏਦਾਰੀ ਦੇ ਮਹਾਂਪੁਰਸ਼, ਪਰਮ ਪਦ ਵਾਲੇ। ਲੇਕਿਨ ਕੁਛ ਹੋਰ ਵੀ ਹੁੰਦੇ ਜਿਹੜੇ ਅਜੇ ਅੱਧ ਵਿਚਾਲੇ ਤੁਰੇ ਵੇ ਹੁੰਦੇ, ਉਹ ਵੀ ਮੁਬਾਰਕ ਹੈ ਜਿਹੜੇ ਚੱਲੇ ਵੇ ਹੁੰਦੇ। ਤੇ ਜਿਹੜੇ ਬਿਲਕੁਲ ਹੀ ਭੁੱਲੇ ਹੋਏ ਆ ਉਹ ਦੂਜੇ ਪਾਸੇ ਲਾਏ ਹੋਏ ਆ, ਧਰਮ ਦੇ ਅਡੰਬਰ ਕਰਨ ਖਾਤਰ। ਧਰਮ ਦਾ ਜਿਹੜਾ ਬਾਹਰਲਾ ਪੇਸ਼ਕਾਰਾ ਹੁੰਦਾ ਉਹ ਕਰਦੇ ਆ, ਉਹ ਅੰਦਰ ਤੇ ਉਹਨਾਂ ਨੂੰ ਕੋਈ ਸੋਝੀ ਨਹੀਂ ਹੁੰਦੀ। ਇਹ ਗੱਲ ਜੁਦੀ ਹੈ ਵੀ ਉਹਨਾਂ ਨੂੰ ਵੀ ਅੰਦਰ ਇਹੀ ਗੱਲ ਬਿਠਾਲੀ ਵੀ ਹੁੰਦੀ ਵੀ ਅਸੀਂ ਸਭ ਤੋਂ ਸ੍ਰੇਸ਼ਟ ਹਾਂ, ਅਸੀਂ ਤਾਂ ਦਾਨ ਪੁੰਨ ਕਰਦੇ ਹਾਂ, ਅਸੀਂ ਤਾਂ ਸੋ ਕਾਲ ਜਾਪ ਵੀ ਕਰਦੇ ਹਾਂ ਮੰਤਰਾਂ ਦਾ। ਸੋ ਭਾਈ ਇਹ ਸਾਰਾ ਕੁਛ ਉਹਦੇ ਹੱਥ 'ਚ ਹੈ, ਬੰਦੇ ਦੇ ਹੱਥ 'ਚ ਕੁਛ ਨਹੀਂ ਹੈ। ਇਹ ਭਗਤੀ ਦਾ ਅਸੂਲ ਹੈ ਗੁਰਬਾਣੀ ਮੁਤਾਬਕ, ਬਈ ਬੰਦੇ ਨੂੰ ਸਭ ਕੁਛ ਆਪਾ ਛੱਡ ਕੇ ਉਹਦਾ ਹੋਣਾ ਚਾਹੀਦਾ। ਕਿਉਂ ਹੁੰਦਾ? ਕਾਹਤੇ ਨਹੀਂ? ਹਉਮੈ, ਈਗੋ ਬੈਠੀ ਅੰਦਰ। ਇਹ ਈਗੋ ਛੁੱਟਣੀ ਹੈ ਗੁਰੂ ਦੇ ਨਾਲ ਜੁੜ ਕੇ ਸੰਗਤ ਵਿੱਚ। ਜਿਹਦੀ ਛੁੱਟ ਗਈ ਉਹ ਇੱਧਰ ਨੂੰ ਇਸ ਰਸਤੇ 'ਤੇ ਬੁੱਝਣ ਲੱਗ ਜੂਗਾ, ਅਦਰਵਾਈਜ਼ ਨਹੀਂ ਬੁੱਝ ਸਕਦਾ ਬੰਦਾ। ਇਹ ਰਸਤਾ ਬਣਾ ਹੀ ਨਹੀਂ ਸਕਦਾ। ਉਹ ਕਰਦਾ ਰਹੂਗਾ ਉੱਪਰੋਂ ਸਭ ਧਾਰਮਿਕ ਕਰਮ ਕਿਰਿਆ, ਪਰ ਅੰਦਰ ਤੋਂ ਉਹਦਾ ਮਨ ਨਹੀਂ ਬਦਲਦਾ ਕਦੇ ਵੀ। ਕਿਉਂਕਿ ਜਿਹੜੀ ਬੇਸਿਕ ਗੱਲ ਹੈ ਉਹ ਇਹੀ ਹੈ ਵੀ ਸਾਡੀ ਜਿਹੜੀ ਈਗੋ ਹੈ, ਜਿਹੜਾ ਬਹੁਤ ਵੱਡਾ ਗੁਬਾਰ ਹੈ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਇਹ ਈਗੋ ਦੀ ਸਮਝ ਨਹੀਂ ਸਾਨੂੰ। ਹਉਮੈ ਬੁੱਝੈ ਤਾਂ ਦਰ ਸੂਝੈ। ਇਹ ਬਾਤ ਦੀ ਸੋਝੀ ਦੇਣ ਖਾਤਰ ਹੀ ਤਾਂ ਏਡਾ ਬੜਾ ਆਕਾਰ ਬਣਾਇਆ ਗੁਰੂ ਸਾਹਿਬ ਨੇ ਬਾਣੀ ਦਾ। ਜਗ੍ਹਾ ਜਗ੍ਹਾ ਇਹੀ ਗੱਲ ਵਾਰ-ਵਾਰ ਆਈ ਜਾਂਦੀ ਹੈ। ਸ਼ਬਦ ਭਾਵੇਂ ਕੋਈ ਵੀ ਹੋਣ, ਅਰਥ ਇਹੀ ਹੁੰਦਾ, ਭਾਵ ਇਹੀ ਹੁੰਦਾ ਵੀ ਇਹ ਮੈਂ ਜਿਹੜੀ ਇਹਦੇ ਕਾਰਨ ਹੈ ਸਾਰੇ। ਮੈਂ ਔਰ ਤੂੰ, ਜੇ ਤੂੰ ਹੈ ਤਾਂ ਸਭ ਕੁਛ ਹੈ, ਜੇ ਮੈਂ ਹੈ ਤਾਂ ਕੁਛ ਵੀ ਨਹੀਂ ਹੈ ਕੋਲ। ਦੁਨੀਆਦਾਰੀ ਵਾਲਾ ਹੋਊਗਾ ਲੇਕਿਨ ਨਾਮ ਵਾਲਾ ਕੁਛ ਵੀ ਨਹੀਂ ਪੱਲੇ ਹੁੰਦਾ। ਸੋ ਇਹ ਸਾਰੀ ਪੌੜੀ ਦੇ ਵਿੱਚ ਮੈਂ ਨੂੰ ਤੋੜਨ ਦਾ ਹੀ ਉਪਦੇਸ਼ ਹੈ ਵੀ ਭਾਈ ਜੋ ਬੰਦੇ ਤੂੰ ਸਮਝਦਾ ਵੀ ਮੈਂ ਮੌਨ ਧਾਰਿਆ ਹੋਇਆ, ਇਹਦੇ ਉੱਪਰ ਵੀ ਤੇਰਾ ਜ਼ੋਰ ਨਹੀਂ ਹੈ। ਜੇ ਤੂੰ ਕਹੇ ਵੀ ਮੈਂ ਬੋਲ ਰਿਹਾ, ਇਹਦੇ ਉੱਪਰ ਵੀ ਤੇਰਾ ਜ਼ੋਰ ਨਹੀਂ ਹੈ। ਅਲਟੀਮੇਟਲੀ ਸਾਰਾ ਕੁਛ ਉਹਦੇ ਹੱਥ 'ਚ ਹੈ। ਉਹ ਸਰਵੱਗ ਹੈ। ਅਗਰ ਇਸ ਤਰ੍ਹਾਂ ਮੰਨ ਕੇ ਚੱਲੂਗਾ ਬੰਦਾ, ਫਿਰ ਉਹਦੀ ਹਉਮੈ ਪਰ ਸੱਟ ਵੱਜੂਗੀ। ਜਿੱਥੇ ਹਉਮੈ ਪਰ ਸੱਟ ਵੱਜ ਗਈ, ਸਮਝ ਲਓ ਗੁਰੂ ਨੇ ਕਿਰਪਾ ਕਰਤੀ, ਭਾਵੇਂ ਸਾਨੂੰ ਉਹ ਬੁਰਾ ਵੀ ਲੱਗੇ ਕਿਸੇ ਘੜੀ। ਕਿਉਂਕਿ ਸੱਟ ਵੀ ਤਾਂ ਉਦੋਂ ਵੱਜਣੀ ਹੈ ਜਦ ਬੰਦੇ ਦੇ ਇੱਕ ਖਿਆਲਾਤ ਬਣੇ ਵੀ ਹੁੰਦੇ ਸਮਾਜ ਦੇ ਵਿੱਚ, ਉਹ ਟੁੱਟਣੇ। ਉਹਨੂੰ ਫਿਰ ਦੂਜਿਆਂ ਤੋਂ ਐਂ ਲੱਗਦਾ ਹੁੰਦਾ ਵੀ ਮੈਨੂੰ ਹੁਣ ਕਿਆ ਕਹਿਣਗੇ। ਬਸ ਉਹੀ ਕਿਰਪਾ ਹੁੰਦੀ ਹੈ ਜਿਹਨੇ ਉਹ ਜਰਲੀ ਗੱਲ ਮੁੜ ਕੇ ਉਹਨੇ ਉਸ ਤਰ੍ਹਾਂ ਹੋਣਾ ਹੀ ਨਹੀਂ, ਉਹਦੀ ਮੈਂ ਟੁੱਟ ਜਾਣੀ ਹੈ। ਤਾਂ ਸਭ ਤੋਂ ਵੱਡੀ ਜਿਹੜੀ ਕਿਰਪਾ ਹੈ ਉਹ ਨਾਮ ਦੀ ਹੈ। ਦੁਨਿਆਵੀ ਕਿਰਪਾਵਾਂ ਅਸੀਂ ਮੰਗ ਸਕਦੇ ਹਾਂ, ਸਾਡਾ ਬਾਪ ਹੈ, ਪਰ ਇਹ ਤਾਂ ਬਹੁਤ ਛੋਟੀਆਂ ਕਿਰਪਾਵਾਂ। ਇਹ ਤਾਂ ਸਭ ਪਰੇ ਹੁੰਦੀਆਂ। ਜਿਹੜੇ ਨਹੀਂ ਵੀ ਰੱਬ ਨੂੰ ਮੰਨਦੇ ਉਹਨਾਂ ਨੂੰ ਵੀ ਬੱਚੇ ਦਿੰਦਾ, ਪੋਤਾ ਪੋਤੇ ਉਹਨਾਂ ਦੇ ਵੀ ਹੁੰਦੇ, ਜਾਨਵਰਾਂ ਕੋਲ ਵੀ ਹੁੰਦੇ। ਹੁਣ ਇੱਕ ਜਿਹੜਾ ਆਮ ਮਨੁੱਖ ਹੈ ਉਹਦੇ ਵਾਸਤੇ ਤਾਂ ਇਹੀ ਸਭ ਤੋਂ ਬੜੀ ਕਿਰਪਾ ਹੈ ਵੀ ਮੇਰੇ ਪੁੱਤ ਹੋ ਜਾਏ, ਪੋਤਾ ਹੋ ਜਾਏ। ਉਹ ਭਾਈ ਇਹ ਤਾਂ ਸਭ ਨੂੰ ਦੇ ਰਿਹਾ, ਉਹ ਜਿਹਦੇ ਵੀ ਕਰਮਾਂ ਵਿੱਚ ਹੁੰਦੀ ਹੈ ਉਹਨੂੰ ਦੇ ਰਿਹਾ।
ਹਾਂ, ਜਿਹਦੇ ਚ ਨਹੀਂ ਹੈ, ਜਿਵੇਂ ਭਗਤ ਤਰਲੋਚਨ ਜੀ ਨੇ ਆਪਣੀ ਤ੍ਰੀਮਤ ਨੂੰ ਸਮਝਾਉਂਦੇ ਹੋਏ ਕਿਹਾ ਸੀ ਵੀ ਨਾਰਾਇਣ ਨਿੰਦ ਸਕਾਏ ਭੂਲੀ ਗੰਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਫਿਰ ਅੱਗੇ ਮਿਸਾਲਾਂ ਦਿੱਤੀਆਂ ਕਿੰਨੀਆਂ ਵੀ ਇਹਨਾਂ ਨੂੰ ਐਡੇ ਐਡੇ ਦੇਵਤਿਆਂ ਨੂੰ ਨਹੀਂ ਪ੍ਰਾਪਤੀ ਹੋਈ, ਇਹਨਾਂ ਦਾ ਕਰਮ ਨਹੀਂ ਕੱਟਿਆ ਪਿਛਲਾ, ਤੇ ਤੂੰ ਮੈਨੂੰ ਕਿਵੇਂ ਕਹੀ ਜਾਨੀ ਨਾਲੇ ਨਿੰਦਿਆ ਕਰੀ ਜਾਨੀ ਨਾਰਾਇਣ ਦੀ। ਹਨੂਮਾਨ ਰਾਮ ਜੀ ਦਾ ਭਗਤ। ਕਿਹੜੇ ਰਾਮ ਜੀ? ਰਾਮ ਚੰਦਰ ਜੀ। ਉਹਨੇ ਸਾਰੀ ਉਮਰ ਆਪਣੇ ਹਰੀ ਦੀ ਸੇਵਾ ਕਰੀ। ਹਰੀ ਸ਼ਬਦ ਵੀ ਆਇਆ ਰਾਮ ਚੰਦਰ ਜੀ ਖਾਤਰ ਗੁਰਬਾਣੀ ਚ। ਛਲ ਬਿਛਲ ਆਣ ਤੋਂ ਖੀਲੇ ਹਰੀ, ਕਰਮ ਕਰ ਕਛੌਟੀ ਮਫੀਟ ਸ੍ਰੀ। ਸ਼ੁਰੂ ਆਏ ਹੁੰਦਾ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ, ਛਲ ਵਿਛਲ ਆਣ ਤੋਂ ਖੀਲੇ ਹਰੀ। ਬੂਟੀ ਲਿਆ ਕੇ ਪਹਾੜ ਤੋਂ ਆਪਣੇ ਹਰੀ ਨੂੰ, ਆਪਣੇ ਭਗਵਾਨ ਨੂੰ ਖੁਸ਼ ਵੀ ਕਰਿਆ, ਪਰ ਮਿਲਿਆ ਕਿਆ? ਕੱਛ। ਕੋਈ ਕਹਾਵਤ ਹੈ ਮਿਥਿਆਸ ਦੀ ਵੀ ਜਦੋਂ ਯੁੱਧਿਆ ਜਿੱਤ ਕੇ ਰਾਮ ਚੰਦਰ ਜੀ ਆਏ, ਉਹ ਨਹਾ ਕੇ ਹਟੇ ਸੀ, ਕੱਛ ਨਿਚੋੜਦੇ ਸੀਗੇ। ਤੇ ਉਹ ਫਿਰ ਕਹਿੰਦੇ ਭਗਤਾ ਮੰਗ ਲੈ ਕੁਛ, ਤੈਂ ਬੜੀ ਸੇਵਾ ਕਰੀ ਹੈ। ਕਹਿੰਦਾ ਜੀ ਨਹੀਂ, ਤੁਹਾਡੇ ਚਰਨ। ਫਿਰ ਕਿਹਾ 2-3 ਵਾਰ, ਫਿਰ ਕਹਿੰਦੇ ਚੰਗਾ ਜਿਹੜਾ ਕੁਛ ਕੋਲ ਹੈ ਦੇ ਦਿਓ। ਉਹ ਕੱਛ ਨਿਚੋੜ ਰਹੇ ਸੀ, ਕੱਛ ਫੜਾਤੀ, ਬਸ ਆਹੀ ਕੁਛ ਮਿਲਿਆ। ਉਹਦੇ ਪਿੱਛੇ ਸਾਖੀ ਇਹ ਹੈ ਬਈ ਹਨੂੰਮਾਨ ਨੇ ਆਪਣੇ ਪਹਿਲੇ ਜਨਮ ਦੇ ਵਿੱਚ ਰਿਸ਼ੀ ਲੁੱਟ ਲਏ ਸੀ ਜਾਂਦੇ ਜਾਂਦੇ। ਫਿਰ ਉਹਨਾਂ ਦੇ ਕਹਿਣ ਤੇ ਲੰਗੋਟਾ ਛੱਡਤਾ ਸੀ ਉਹਨਾਂ ਦਾ, ਬਾਕੀ ਕੱਪੜੇ ਲਾ ਲਏ ਸੀਗੇ। ਉਹ ਕੱਛ ਦਾ ਪ੍ਰਮਾਣ ਹੈ। ਸਾਧ ਸੰਗਤ ਜੀ, ਇਹ ਕੱਛ ਦਾ ਪ੍ਰਮਾਣ ਇਤਿਹਾਸ ਦੇ ਵਿੱਚ ਬਹੁਤ ਪੁਰਾਣਾ ਵੀ ਹੈ। ਇੱਕ ਰਾਜਾ ਨਲ ਹੋਇਆ, ਨਲ ਦਮਯੰਤੀ। ਇਹ ਲਿਖਤ ਵਿੱਚ ਆਉਂਦਾ ਵੀ ਉਹਦੀ ਫੌਜ ਦੇ ਵਿੱਚ ਜਿਹੜੀ ਫੌਜੀ ਸੀਗੇ, ਉਹਨਾਂ ਦੇ ਕੱਛ ਪਵਾਈ ਜਾਂਦੀ ਸੀ। ਯਾਨੀ ਸਰੀਰ ਨੂੰ ਜੇ ਹੁਣ ਧੋਤੀ ਲਾਊਗਾ ਕੋਈ ਬੰਦਾ, ਉਹ ਧੋਤੀ ਸਾਂਭੂਗਾ ਕਿ ਨੱਠੂਗਾ ਲੜਾਈ ਦੇ ਮੈਦਾਨ 'ਚ ਹਥਿਆਰ ਚਲਾਊਗਾ? ਇਹ ਇੱਕ ਤਿਆਰ ਬਰ ਤਿਆਰ ਹੋਣ ਦੀ ਨਿਸ਼ਾਨੀ ਹੁੰਦੀ, ਜਿਹੜੀ ਕਛਹਿਰਾ ਔਰ ਜੱਤ ਦੀ ਵੀ ਨਿਸ਼ਾਨੀ ਹੁੰਦੀ ਹੈ। ਤੋ ਰਾਜੇ ਨਲ ਦੇ ਵੀ ਸੀ ਇਹ। ਕਛੌਟੀ ਕੋਈ ਨਵਾਂ ਲਫ਼ਜ਼ ਨਹੀਂ ਹੈ, ਬਹੁਤ ਪਹਿਲਾਂ ਤੋਂ ਚੱਲਿਆ ਆ ਰਿਹਾ। ਨਵੇਂ ਅਰਥਾਂ 'ਚ ਪੇਸ਼ ਕੀਤਾ ਗੁਰੂ ਸਾਹਿਬ ਨੇ ਹਰ ਇੱਕ ਪੁਰਾਣੇ ਮਿਥਿਹਾਸ ਨੂੰ। ਸ਼ਬਦ ਉਹੀ ਹੈ, ਅੱਖਰ ਉਹੀ ਹੈ, ਪਰ ਭਾਵਨਾ ਬਿਲਕੁਲ ਹੋਰ ਬਣਾ ਦਿੱਤੀ ਹੈ। ਖਾਲਸਾ ਕੌਣ ਹੈ? ਜਿਹੜਾ ਖਾਲਸ ਹੋ ਜਾਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਂ ਬਾਹਰ ਨਿਕਲ ਜੇ, ਵਿਕਾਰਾਂ ਚੋਂ ਬਾਹਰ ਆ ਜਾਏ। ਔਰ ਨਾਲ ਖਾਲਸੇ ਨੂੰ ਫਿਰ ਹਥਿਆਰ ਵੀ ਫੜਾ ਦਿੱਤਾ ਵੀ ਜੇ ਕੋਈ ਨਹੀਂਓ ਹਟਦਾ ਫਿਰ ਉਹਨੂੰ ਹਟਾਓ। ਤਾਂ ਗੁਰੂ ਸਾਹਿਬ ਦਾ ਰਸਤਾ ਹੀ ਨਿਵੇਕਲਾ। ਸਭ ਤੋਂ ਪਹਿਲਾਂ ਇਹਦੇ 'ਚ ਮੈਂ ਤੋੜਨੀ ਹੈ। ਆਪਣੇ ਵੱਸ 'ਚ ਭਾਵੇਂ ਨਹੀਂ ਹੈ, ਪਰ ਉੱਦਮ ਤਾਂ ਕਰਨਾ ਬੰਦੇ ਦੇ ਵੱਸ 'ਚ ਹੀ ਹੈ। ਚਰਨ ਸਰਨ ਤਾਂ ਇੱਕ ਪਿੰਡ ਆ, ਤਾਂ ਸਾਨੂੰ ਇਹ ਤੁਰਨਾ ਪੈਣਾ। ਅੱਗੇ ਉਹਦੀ ਕਿਰਪਾ ਆ ਜਾਊਗੀ, ਬਸ ਜਾਊਗੀ। ਸੋ ਜੋ ਕੁਛ ਵੀ ਹੋ ਰਿਹਾ ਸਭ ਪਰਮਾਤਮਾ ਕਰੇ, ਨਹੀਂ ਕਿਸੇ ਦੇ ਕੁਛ ਵੀ ਹੱਥ 'ਚ ਹੈ। ਭਾਵੇਂ ਅਗਿਆਨਤਾ 'ਚ ਲੱਗਦਾ ਹੋਵੇ ਵੀ ਮੈਂ ਐਂ ਕਰ ਦੂੰਗਾ, ਮੈਂ ਉਹ ਕਰ ਲੂੰਗਾ, ਪਰ ਉਹ ਵੀ ਬੰਦੇ ਦੇ ਵੱਸ 'ਚ ਨਹੀਂ ਹੁੰਦਾ। ਕਦੇ ਨਾ ਕਦੇ ਪਰਮਾਤਮਾ ਫਿਰ ਉਹਨੂੰ ਵੀ ਤੋੜ ਦਿੰਦਾ। ਉਹਦੀ ਲੀਲਾ ਹੈ, ਉਹਨੇ ਚਲਾਈ ਹੋਈ ਉਹ ਜਾਣ ਕੇ। ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਚੰਡੀ ਦੀ ਵਾਰ। ਖੰਡਾ ਪ੍ਰਿਥਮੈ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਦੇਵੀ ਦੇਵਤਿਆਂ ਦੇ ਅੰਦਰ ਬਾਦ ਵੀ ਉਸੇ ਨਹੀਂ ਪਾਇਆ ਹੋਇਆ ਲੜਨੇ ਝਗੜਨੇ ਦਾ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਤਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਇਹ ਮਿਥਿਹਾਸ ਦੀਆਂ ਸਾਖੀਆਂ। ਚੰਡੀ ਦੀ ਵਾਰ ਦੁਰਗਾ ਦੇ ਨਾਲ ਜੁੜੀ ਹੋਈ ਹੈ। ਦੁਰਗਾ ਦੇਵੀ ਨੇ ਜਦੋਂ ਇੰਦਰ ਦਾ ਰਾਜ ਖੋਲ੍ਹਿਆ ਦੈਂਤਾਂ ਨੇ, ਫਿਰ ਉਹ ਸ਼ਰਨ ਵਿੱਚ ਗਿਆ ਦੁਰਗਾ ਦੀ 'ਚ। ਦੁਰਗਾ ਆਈ, ਉਹਨੇ ਲੜਾਈ ਕਰੀ, ਦੈਂਤਾਂ ਨੂੰ ਮਾਰਿਆ। ਇਹੀ ਚੰਡੀ ਦੀ ਵਾਰ ਹੈ ਸਾਰੀ। ਗੁਰੂ ਸਾਹਿਬ ਨੇ ਇਹ ਪ੍ਰਮਾਣ ਦੇ ਕੇ ਆਪਣੇ ਖਾਲਸੇ ਨੂੰ ਉਚਾਈਆਂ ਵੱਲ ਲਿਜਾਣਾ ਸੀਗਾ, ਆਤਮਿਕ ਬਲ। ਵੀ ਜਦ ਇੱਕ ਔਰਤ ਇੱਕ ਦੇਵੀ ਲੜ ਸਕਦੀ ਹੈ, ਤੁਸੀਂ ਕਾਹਤੇ ਨਹੀਂ ਲੜ ਸਕਦੇ ਬਈ? ਆਤਮ ਸਨਮਾਨ ਖਾਤਰ। ਦੂਜੇ ਨੂੰ ਨੀਵਾਂ ਦਿਖਾਉਣ ਖਾਤਰ ਨਾ ਲੜੋ, ਆਪਣਾ ਸਨਮਾਨ ਬਚਾਉਣ ਖਾਤਰ ਤਾਂ ਲੜੋ। ਆਤਮ ਸਨਮਾਨ ਤਾਂ ਮਸਟ ਹੈ ਬੰਦੇ ਦਾ। ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ। ਇਹੋ ਜਿਹੇ ਇੱਕ ਦੋ ਸ਼ਬਦ ਆਉਂਦੇ ਗੁਰਬਾਣੀ 'ਚ, ਪਰ ਹੈ ਸਹੀ। ਹਾਲਾਂਕਿ ਜਿਹੜਾ ਗੁਰਬਾਣੀ ਦਾ ਸਿੱਖ ਇਤਿਹਾਸ ਦਾ ਚੱਲਣਾ, ਉਹ ਸਾਰਾ ਹੀ ਇਸ ਤਰ੍ਹਾਂ ਹੀ ਨਿਕਲਿਆ। ਜੰਗਾਂ ਯੁੱਧਾਂ ਵਿੱਚ ਇਹ ਉਮਰਾਂ ਗਈਆਂ।
ਮੋਸਟਲੀ। ਉਹਦਾ ਕਾਰਨ ਕੀ ਹੈ? ਗੁਰਬਾਣੀ ਤਾਂ ਫਰਮਾਉਂਦੀ ਹੈ ਨੀਵਾਂ ਹੋਣ ਨੂੰ। ਉੱਧਰ ਹੈਗੀ ਹੈ ਜੇ ਦੇਖਿਆ ਵੀ ਇਹ ਨੀਵੇਂ ਹੋਣ ਵਾਲਿਆਂ ਨੂੰ ਟਿਕਣ ਵੀ ਨਹੀਂ ਦਿੰਦੇ, ਫਿਰ ਹਥਿਆਰਾਂ ਨਾਲ ਜੰਗਾਂ ਹੋਈਆਂ। ਇਹ ਇੱਕੋ ਹੀ ਚੀਜ਼ ਦੇ ਦੋ ਪਹਿਲੂ ਹੈ, ਅਲੱਗ ਅਲੱਗ ਨਹੀਂ ਹੈ। ਕਿਤੇ ਕਿਤੇ ਸਿਦਕੀ ਸ਼ਹੀਦੀ ਹੈ, ਕਿਤੇ ਕਿਤੇ ਜੁਝਾਰੂ ਸ਼ਹੀਦੀ ਹੈ। ਕਿਤੇ ਕਿਤੇ ਤਵੀ ਦੇ ਉੱਤੇ ਗੁਰੂ ਮਹਾਰਾਜ ਬੈਠੇ ਹੈ ਜਾਂ ਚਾਂਦਨੀ ਚੌਕ 'ਚ ਸਾਕਾ ਵਰਤਾ ਰਹੇ ਹੈ, ਤੇ ਕਿਤੇ ਖੰਡਾ ਖੜਕਾ ਰਹੇ 4 ਜੰਗਾਂ, ਮੋਸਟਲੀ 4 ਜਾਂ 5 ਜਾਂ ਛੋਟੀਆਂ ਮੋਟੀਆਂ ਹੋਰ ਵੀ ਗੁਰੂ ਪਾਤਸ਼ਾਹ 6ਵੇਂ ਜਗਤ ਵਿੱਚ ਦਿਖਾ ਰਹੇ ਆਪਣਾ ਖੇਡ ਪਰਮਾਤਮਾ ਦੇ ਹੁਕਮ 'ਚ। ਤੇ ਗੁਰੂ ਸਾਹਿਬ 10ਵੇਂ ਦੀ ਤਾਂ ਸਾਰੀ ਜੰਗਾਂ ਵਿੱਚ ਉਮਰ ਲੰਘ ਗਈ, 42 ਸਾਲ ਦੀ ਉਮਰ ਸੀ। ਉਹ ਇਹ ਸਾਰਾ ਸਾਨੂੰ ਸਮਝਾਇਆ ਗਿਆ, ਇਹਨੂੰ ਸਮੱਗਰਤਾ ਕਹਿੰਦੇ ਆ। ਐਸਾ ਵੀ ਸੁਣਿਆ ਦਾਸ ਨੇ ਵੀ ਨਾ ਜੀ ਬਸ ਜੇ ਕੋਈ ਕਹਿੰਦਾ ਤਾਂ ਚੁੱਪੇ ਕਰ ਜਾਓ, ਇਹ ਗੁਰਮਤਿ ਦਾ ਅਸੂਲ ਨਹੀਂ ਹੈ ਭਾਈ, ਇਹ ਬੰਦਿਆਂ ਦੇ ਅਸੂਲ ਨੇ ਬਣਾਏ ਹੋਏ। ਸੰਤ ਮੱਤ ਵਿੱਚ ਐਸਾ ਹੈ ਵੀ ਕਿਸੇ ਨੂੰ ਕੁਛ ਕਹੋ ਹੀ ਨਾ, ਨਿੰਦਿਆ ਨਾ ਕਰੋ ਕਿਸੇ ਦੀ। ਭਾਈ ਨਿੰਦਿਆ ਨੂੰ ਤਾਂ ਗੁਰਬਾਣੀ ਵੀ ਰੋਕਦੀ ਹੈ, ਪਰ ਸੱਚ ਕਹਿਣ ਦੇ ਵਾਸਤੇ ਤਾਂ ਗੁਰਬਾਣੀ ਹੋਕਾ ਦਿੰਦੀ ਹੈ ਵੀ ਬੋਲੋ ਸੱਚ। ਕਿਉਂ ਨਹੀਂ ਬੋਲਦੇ? ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਡੇਰਿਆਂ ਪਰ ਜਾ ਕੇ ਉਹਨਾਂ ਦੀਆਂ ਧਾਰਮਿਕ ਸਥਾਨਾਂ ਪਰ, ਮਾਊਂਟ ਆਬੂ ਪਰ, ਮੱਕੇ ਪਰ, ਕੁਰਕਸ਼ੇਤਰ, ਹਰਿਦੁਆਰ ਜਾ ਕੇ ਸੱਚ ਬੋਲ ਕੇ ਆਏ। ਸੱਚ ਦਾ ਹੋਕਾ ਤਾਂ ਦੇਣਾ ਬਣਦਾ, ਨਿੰਦਿਆ ਨਹੀਂ ਕਰਨੀ ਹੁੰਦੀ। ਨਿੰਦਿਆ ਹੋਰ ਚੀਜ਼ ਹੈ, ਸਾਨੂੰ ਨਿੰਦਿਆ ਦੀ ਵੀ ਸਮਝ ਨਹੀਂ ਹੁੰਦੀ ਅਸਲ। ਚਲੋ ਸਮਾਪਤੀ ਕਰੀਏ, ਲੰਬੀ ਹੋ ਰਹੀ ਆਡੀਓ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।